ਵਾਹਿਗੁਰੂ ਸਾਹਿਬ ਜੀਓ। ਤਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹਿ, ਗੁਰ ਪ੍ਰਸਾਦ ਨਾਨਕ ਗੁਣ ਗਾਹਿ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਆਨੂਪ। ਸਿਮਰ 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 ਜਨ ਸੋਇ, ਨਾਨਕ ਕਰਮ ਪ੍ਰਾਪਤ ਹੋਇ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਨੰਬਰ 723 ਤੋਂ ਪੰਚਮ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਘਟ ਬੈਠੇ ਮਾਲਕ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਪਿਆਰ ਦੇ ਨਾਲ ਇਸ ਮਹਾਰਾਜ ਦੇ ਸ਼ਬਦ ਦੀ ਵਿਚਾਰ ਕਰੀਏ ਜੀ। ਤਲੰਗ ਘਰ ਦੂਜਾ ਮਹੱਲਾ ਪੰਜਵਾਂ। ਤਲੰਗ ਰਾਗ ਦੇ ਦੂਜੇ ਘਰ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਘਟ ਬੈਠੇ ਮਾਲਕ ਸ਼ਬਦ ਉਚਾਰਨ ਕਰ ਰਹੇ ਨੇ। ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸ਼ਬਦਾਂ ਰਾਹੀਂ ਘਟ ਬੈਠੇ ਮਾਲਕ ਨੂੰ ਯਾਦ ਕਰਦੇ ਨੇ। ਸ਼ਬਦ ਆਰੰਭ ਹੋਇਆ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰੇ ਸੋ ਹੋਇ। ਜਿਹੜੀ ਮਾਲਕ ਦੀ ਵਡਿਆਈ ਹੈ, ਗੁਰਸਿੱਖ ਨੇ ਜੋ ਸਿੱਖਣੀ ਹੈ ਗੁਰਬਾਣੀ ਤੋਂ ਗੁਰੂ ਤੋਂ, ਉਹ ਇਸ ਤਰ੍ਹਾਂ ਦੀ ਸਿੱਖਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦਾਂ ਰਾਹੀਂ ਸਾਨੂੰ ਸੁਣਾਇਆ ਸਮਝਾਇਆ ਵਿਚਾਰਨ ਵਾਸਤੇ ਸੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਜੋ ਰੋਜ਼ ਅੰਮ੍ਰਿਤ ਵੇਲੇ ਆਪਾਂ ਸੁਣਦੇ ਹਾਂ, ਉਹ ਜਿਸ ਵੇਲੇ ਸ਼ਬਦ ਆਵੇ, ਹੁਣ ਸ਼ਬਦ ਆ ਰਿਹਾ ਤੁਧ ਬਿਨ ਦੂਜਾ ਨਾਹੀ ਕੋਇ। ਹੁਣ ਪੰਚਮ ਪਾਤਸ਼ਾਹ ਸ਼ਬਦ ਦਾ ਉਚਾਰਨ ਕਰ ਰਹੇ ਨੇ ਕਿ ਘਟ ਬੈਠੇ ਮਾਲਕ ਨੂੰ ਤੁਧ ਸ਼ਬਦ ਉਚਾਰਨ ਕੀਤਾ। ਇੱਥੇ ਕੋਈ ਮੂਰਤੀ ਨੂੰ, ਕਿਸੇ ਹੋਰ ਪਾਤਸ਼ਾਹੀਆਂ ਨੂੰ ਐਸਾ ਨਹੀਂ ਕਿ ਪੰਚਮ ਪਾਤਸ਼ਾਹ ਆਪਣੇ ਤੋਂ ਹੋਰ ਅੱਗੇ ਜੋ ਪਹਿਲੇ ਪਾਤਸ਼ਾਹ ਹੋਏ, ਦੂਜੇ ਹੋਏ, ਤੀਜੇ ਹੋਏ, ਚੌਥੇ ਹੋਏ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਸੱਚੇ ਪਾਤਸ਼ਾਹ ਜਿਹਨੂੰ ਨਾਨਕ ਸੱਚੇ ਪਾਤਸ਼ਾਹ ਵੀ ਤੂੰ ਤੁਧ ਤੇਰੇ ਹੀ ਸ਼ਬਦ ਵਰਤ ਰਹੇ ਨੇ, ਉਹਨਾਂ ਨੂੰ ਹੀ ਤੁਧ ਸ਼ਬਦ ਕਰਕੇ ਵਰਤ ਰਹੇ ਨੇ। ਤੁਧ ਸ਼ਬਦ ਜਦੋਂ ਵਰਤਿਆ ਜਾ ਰਿਹਾ ਹੈ, ਘਟ ਬੈਠੇ ਰੱਬ ਨੂੰ ਸ਼ਬਦ ਵਰਤਿਆ ਜਾ ਰਿਹਾ। ਜਿਵੇਂ ਹੁਣ ਦਾਸ ਬੋਲ ਰਿਹਾ
ਤੇ ਘਟ ਬੈਠੇ ਮਾਲਕ ਬੁਲਾ ਰਹੇ ਨੇ। ਤੇ ਦਾਸ ਨੂੰ ਹੁਣ ਇਸ ਬਾਣੀ ਰਾਹੀਂ ਹੁਕਮ ਹੈ ਕਿ ਘਟ ਬੈਠੇ ਰੱਬ ਨੂੰ ਤੁਧ ਕਹਿਣਾ। ਕਿ ਜਦੋਂ ਮੈਂ ਜਿਹਦੇ ਰਾਹੀਂ ਸ਼ਬਦ ਉਚਾਰਨ ਕਰ ਰਿਹਾ ਕਿ ਮੈਂ ਬੋਲ ਰਿਹਾ, ਮੈਂ ਤਾਂ ਬੋਲ ਰਿਹਾ ਜਦੋਂ ਘਟ ਬੈਠੇ ਮਾਲਕ ਮੈਨੂੰ ਬੁਲਾ ਰਹੇ ਨੇ। ਘਟ ਬੈਠੇ ਰੱਬ ਤੋਂ ਬਿਨਾਂ ਮੇਰਾ ਹੋਰ ਕੋਈ ਦੂਜਾ ਹੈ ਹੀ ਨਹੀਂ। ਮੈਂ ਕਿਸੇ ਹੋਰ ਨੂੰ ਐਡਰੈਸ ਹੀ ਨਹੀਂ ਕਰ ਰਿਹਾ। ਐਸਾ ਸਿੱਖ ਨੇ ਗੁਰੂ ਜੀ ਤੋਂ ਸਿੱਖਣਾ ਹੈ। ਐਸਾ ਸਿੱਖ ਨੂੰ ਗੁਰੂ ਜੀ ਤੋਂ ਬਾਣੀ ਤੋਂ ਸਮਝ ਆਉਣੀ ਹੈ। ਹੁਣ ਜਿਵੇਂ ਸ਼ਬਦ ਆ ਰਿਹਾ ਹੈ, ਤੁਧ ਬਿਨ ਦੂਜਾ ਨਾਹੀਂ ਕੋਇ। ਘਟ ਬੈਠੇ ਰੱਬ ਨਾਲ ਮੇਰੇ ਮਨ ਨੇ ਜੁੜਨਾ ਹੈ। ਘਟ ਬੈਠੇ ਰੱਬ ਦੀ ਪ੍ਰਸ਼ੰਸਾ ਕਰਨੀ ਹੈ। ਘਟ ਬੈਠੇ ਰੱਬ ਨੂੰ ਸ਼ਬਦਾਂ ਰਾਹੀਂ ਬੋਲਣਾ ਹੈ। ਉਸ ਰੱਬ ਨੂੰ ਬੋਲਣਾ ਜਿਹੜਾ ਰੱਬ ਅੰਦਰੋਂ ਮੈਨੂੰ ਬੁਲਾ ਰਹੇ ਨੇ, ਦਾਸ ਨੂੰ ਬੁਲਾ ਰਹੇ ਨੇ। ਐਸੇ ਪੰਚਮ ਪਾਤਸ਼ਾਹ ਜੀ ਨੂੰ ਘਟ ਬੈਠੇ ਮਾਲਕ ਜਦੋਂ ਬੁਲਾਉਂਦੇ ਨੇ ਤੇ ਘਟ ਬੈਠੇ ਰੱਬ ਦੇ ਪ੍ਰਤੀ ਪੰਚਮ ਪਾਤਸ਼ਾਹ ਸ਼ਬਦਾਂ ਰਾਹੀਂ ਉਸਤਤ ਕਰ ਰਹੇ ਨੇ। ਸੋ ਐਸੀ ਉਸਤਤ, ਐਸੀ ਵਡਿਆਈ, ਐਸੀ ਵਿਚਾਰ ਜਿਨ੍ਹਾਂ ਨੂੰ ਪੰਚਮ ਪਾਤਸ਼ਾਹ ਸ਼ਬਦਾਂ ਰਾਹੀਂ ਉਚਾਰਨ ਕਰਕੇ ਉਹਨਾਂ ਨੂੰ ਜੀਵਨ ਦੇ ਵਿੱਚ ਗਾ ਰਹੇ ਨੇ। ਘਟ ਬੈਠੇ ਰੱਬ ਨੂੰ ਆਏ ਹੀ ਸਿੱਖ ਨੇ, ਇਸੇ ਤਰ੍ਹਾਂ ਸਿੱਖ ਨੇ ਘਟ ਬੈਠੇ ਰੱਬ ਨੂੰ ਇਹਨਾਂ ਸ਼ਬਦਾਂ ਰਾਹੀਂ ਯਾਦ ਕਰਨਾ। ਜਿਹੜੇ ਰੱਬ ਜੀ ਮੇਰੇ ਵਿੱਚ ਨੇ, ਇਹੀ ਰੱਬ ਪੰਚਮ ਪਾਤਸ਼ਾਹ ਵਿੱਚ ਸੀ। ਇਹੀ ਰੱਬ ਸਾਰੇ ਪਾਤਸ਼ਾਹੀਆਂ ਦੇ ਵਿੱਚ ਪਹਿਲਾਂ ਵੀ ਰਹੇ। ਆਏ ਹਰੇਕ ਜਗਤ ਦੇ ਵਿੱਚ, ਜਿੱਥੇ ਜਿੱਥੇ ਵੀ ਜਗਤ ਦੁਨੀਆ ਦੇ ਇਹ ਮਨੁੱਖ ਜੀਵਨ ਦੇ ਵਿੱਚ ਹਨ, ਅਤੇ ਉਹਨਾਂ ਦੇ ਅੰਦਰ ਵੀ ਇਹੀ ਰੱਬ ਘਟ ਬੈਠੇ ਰੱਬ ਨੇ। ਉਹਨਾਂ ਨੂੰ ਹੀ ਤੁਧ ਸ਼ਬਦ ਨਾਲ ਉਚਾਰਨ ਕਰਨਾ, ਸਭ ਨੇ ਉਚਾਰਨ ਕਰਨਾ ਤਾਂ ਕਿ ਸਾਨੂੰ ਪਤਾ ਲੱਗੇ, ਸਮਝ ਆਵੇ। ਅਸੀਂ ਘਟ ਬੈਠੇ ਰੱਬ ਨੂੰ ਸਾਰੇ ਹੀ ਤੁਧ ਕਹਿ ਰਹੇ। ਉਹਦਾ ਅਰਥ ਇਹ ਹੋਇਆ ਕਿ ਸਭ ਦੇ ਵਿੱਚ ਇਹੀ ਇੱਕ ਰੱਬ ਹੈ, ਜਿਹ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਸੋ ਜਦੋਂ ਅਸੀਂ ਬੰਦਿਆਂ ਦੀ ਉਸਤਤ ਕਰਦੇ ਹਾਂ ਜਾਂ ਆਪਣੀ ਉਸਤਤ ਕਰਾਉਂਦੇ ਹਾਂ, ਉਹਦਾ ਅਰਥ ਹੈ ਕਿ ਮੈਂ ਦੂਜੇ ਨਾਲ ਜੁੜ ਗਿਆ, ਤੁਧ ਨਾਲ ਨਹੀਂ ਜੁੜਿਆ, ਘਟ ਬੈਠੇ ਰੱਬ ਨਾਲ ਨਹੀਂ ਜੁੜਿਆ। ਐਸਾ ਇਹ ਫਲਸਫਾ ਇਸ ਕਰਦਾ ਹੈ, ਗੁਰੂ ਕਰਦਾ ਹੈ। ਸੋ ਬਾਣੀ ਨੂੰ ਬਹੁਤ ਸਹੀ ਤਰੀਕੇ ਨਾਲ ਵਿਚਾਰਨਾ, ਘਟ ਬੈਠੇ ਰੱਬ ਨੂੰ ਸੰਬੋਧਨ ਕਰਨਾ ਹੈ ਹਰੇਕ ਗੁਰਸਿੱਖ ਨੇ, ਚਾਹੇ ਕਿਸੇ ਦੇਸ਼ ਕਾਲ ਸਮੇਂ ਵਿੱਚ ਦੀ ਲੰਘ ਰਿਹਾ। ਸੋ ਮਹਾਰਾਜ ਫਰਮਾਨ ਕਰ ਰਹੇ ਨੇ, ਤੁਧ ਬਿਨ ਦੂਜਾ ਨਾਹੀਂ ਕੋਇ, ਤੂੰ ਕਰਤਾਰ ਕਰੇ ਸੋ ਹੋਏ। ਹੁਣ ਦੇਖੋ ਕਿੰਨਾ ਸੁੰਦਰ ਸ਼ਬਦ ਹੈ ਕਿ ਮੇਰੇ ਮਾਲਕ ਤੂੰ ਹੀ। ਹੁਣ ਤੂੰ ਕਿਹਨੂੰ ਕਹਿ ਰਿਹਾ? ਘਟ ਬੈਠੇ ਰੱਬ ਨੂੰ ਕਹਿ ਰਹੇ ਕਿ ਮੇਰੇ ਮਾਲਕ ਤੂੰ ਹੀ ਕਰਤਾਰ ਹੈ, ਯਾਨੀ ਮੇਰੇ ਵਿੱਚੋਂ ਕਰਦਾ, ਕਰਤਾ ਤੂੰ ਹੈ, ਮੈਂ ਨਹੀਂ। ਜੀਵਨ ਵਿੱਚ ਐਸਾ ਹਰੇਕ ਬੰਦੇ ਦੇ ਮਨ ਵਿੱਚ ਹੁਕਮਨਾਮਾ ਸੁਣਨ ਤੋਂ ਬਾਅਦ, ਹੁਕਮ ਸੁਣਨ ਤੋਂ ਬਾਅਦ ਕਦੇ ਵੀ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਵਾਸ ਲੈਣ ਤੋਂ ਲੈ ਕੇ ਸਰੀਰ ਛੱਡਣ ਤੱਕ ਭੁੱਲ ਕੇ ਵੀ ਆਪ ਕਰਤਾ ਨਾ ਬਣੇ। ਘਟ ਬੈਠੇ ਰੱਬ ਨੂੰ ਕਰਤਾ ਜਾਣੇ। ਐਸਾ ਜੀਵਨ ਵਿੱਚ ਜਾਣਨ ਦੇ ਨਾਲ ਜੀਵਨ ਵਿੱਚ ਆਇਆ ਸਫਲਾ ਹੋ ਜਾਂਦਾ ਹੈ। ਕਰਤਾਰ ਦਾ ਅਰਥ ਹੈ ਰੱਬ ਆਪ ਕਰਦਾ ਹੈ ਅਤੇ ਉਹ ਆਪ ਹੀ ਫਿਰ ਸਾਨੂੰ ਤਾਰ ਰਿਹਾ ਹੈ। ਅਤੇ ਐਸੀ ਸਮਝ ਆਉਣ ਤੋਂ ਬਾਅਦ ਜੀਵਨ ਵਿੱਚ ਕਦੇ ਵੀ ਬੰਦਾ ਭੁੱਲ ਕੇ ਹੀ ਨਹੀਂ ਕਹਿੰਦਾ ਮੈਂ ਕਰਤਾ, ਮੈਂ ਕਰ ਦਿੱਤਾ, ਮੈਂ ਕਰ ਦਿਆਂਗਾ। ਐਸਾ ਕਹਿਣ ਦੇ ਨਾਲ ਬੰਦਾ ਤਰਦਾ ਨਹੀਂ ਹੈ, ਜੀਵਨ 'ਚ ਡੁੱਬ ਜਾਂਦਾ ਹੈ, ਤਕਲੀਫਾਂ ਵਿੱਚ ਮੂਵ ਕਰਦਾ ਹੈ, ਜੀਵਨ 'ਚ ਦੁੱਖ ਆਉਂਦਾ ਹੈ, ਜੀਵਨ ਦੇ ਵਿੱਚ ਸੰਕਟ ਆਉਂਦੇ ਨੇ, ਵਿਘਨ ਪੈਂਦੇ ਨੇ ਜੀਵਨ ਵਿੱਚ। ਉਹਨਾਂ ਵਿਘਨਾਂ ਤੋਂ ਦੂਰ ਕਰਨ ਵਾਸਤੇ ਘਟ ਬੈਠੇ ਰੱਬ ਨਾਲ ਜੁੜਨ ਦੀ ਇਹ ਜਿਹੜੀ ਬਾਣੀ ਹੈ, ਇਹਨਾਂ ਨੂੰ ਬਹੁਤ ਪ੍ਰਬਲਤਾ ਦੇ ਨਾਲ ਮਹਾਰਾਜ ਨੇ ਲਿਖਿਆ, ਉਚਾਰਨ ਕੀਤਾ ਤਾਂ ਕਿ ਗੁਰਸਿੱਖ ਘਟ ਬੈਠੇ ਰੱਬ ਨਾਲ ਜੁੜ ਸਕੇ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਹੀ ਸਾਡੇ ਵਿੱਚੋਂ ਕਰਦਾ, ਉਹ ਹੀ ਕਰਕੇ ਫਿਰ ਸਾਨੂੰ ਤਾਰਦਾ ਵੀ ਹੈ, ਯਾਨੀ ਸਾਨੂੰ ਜੀਵਨ ਦੇ ਵਿੱਚੋਂ ਪਾਰ ਵੀ ਲੰਘਾਉਂਦਾ ਹੈ। ਸਾਡਾ ਜੀਵਨ ਆਇਆ ਇਸ ਮਾਤ ਲੋਕ ਵਿੱਚ ਸਫਲਾ ਹੋ ਜਾਂਦਾ ਹੈ। ਨਹੀਂ ਤਾਂ ਜੀਵਨ ਵਿੱਚ ਬੰਦਾ ਫਿਰ ਜਨਮ ਲੈਂਦਾ ਹੈ, ਯਾਨੀ ਫਿਰ ਤਰਦਾ ਨਹੀਂ ਹੈ।
ਕਹਿੰਦੇ ਫਿਰ ਡੁੱਬਦਾ ਹੈ, ਫਿਰ ਜੀਵਨ 'ਚ ਆਵਾਗਮਨ ਦੇ ਚੱਕਰ 'ਚ ਪੈਂਦਾ ਹੈ। ਕਹਿੰਦੇ ਉਸ ਆਵਾਗਮਨ ਦੇ ਚੱਕਰ ਤੋਂ ਬਾਹਰ ਨਿਕਲਣ ਦਾ ਇਹ ਬਹੁਤ ਸਿੱਧਾ ਸਿੱਧਾ ਰਸਤਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਕਦੇ ਕੋਈ ਵੀ ਮਨੁੱਖ ਭੁੱਲ ਕੇ ਇਹ ਨਾ ਕਹੇ ਮੈਂ ਕਰਤਾ, ਮੈਂ ਕੀਤਾ, ਮੇਰਾ ਕੀਤਾ ਹੋਇਆ, ਫਿਰ ਬੰਦਾ ਤਰੇਗਾ ਨਹੀਂ। ਹੁਣ ਇੱਥੇ ਤਰ ਤੇ ਨਾਲ ਕੰਨਾਂ ਲੱਗਿਆ, ਉਹਨੂੰ ਤਾਰ ਕਹਿੰਦੇ ਨੇ। ਜੇ ਆਪਾਂ ਤਰਾਂਗੇ, ਰੱਬ ਆਪ ਤਾਰੇਗਾ ਤਾਂ ਤਰਾਂਗੇ। ਉੱਥੇ ਕੰਨਾਂ ਲਾ ਕੇ ਬੋਲਣਾ, ਧਿਆਨ ਰੱਖਣਾ। ਜਿਵੇਂ ਆਪਾਂ ਜਪ ਅਤੇ ਜਾਪ ਹੈ ਨਾ, ਮੈਂ ਤਾਂ ਜਪ ਰਿਹਾ ਕਿਉਂਕਿ ਮਾਲਕ ਤੂੰ ਜਪਾ ਰਿਹਾ, ਉੱਥੇ ਫਿਰ ਜਪ ਜਾਪ ਬਣ ਜਾਂਦਾ, ਕੰਨਾਂ ਲੱਗ ਜਾਂਦਾ। ਸੋ ਇੱਥੇ ਜਿਹੜਾ ਕਰਤਾਰ ਸ਼ਬਦ ਹੈ ਇਹ ਬਹੁਤ ਸੁੰਦਰ ਸ਼ਬਦ ਹੈ। ਇੱਥੇ ਰੱਬ ਆਪ ਕਰਦਾ, ਆਪਣੇ ਮਨ ਨੂੰ ਪ੍ਰਤੀਤ ਹੋਏਗਾ, ਅਤੇ ਸਿੱਖ ਯਾਨੀ ਆਪਾਂ ਕੰਮ ਕਰਦਿਆਂ ਹੋਇਆ ਕਹਾਂਗੇ ਮਾਲਕ ਇਹ ਤੈਂ ਕੀਤਾ, ਤੇਰਾ ਕੀਤਾ ਹੋਇਆ। ਸੋ ਇਸ ਕੀਤੇ ਨੂੰ ਪਹਿਲਾਂ ਜਾਣਨਾ, ਪਹਿਲਾਂ ਤਾਂ ਆਪਾਂ ਕਰਨ ਲੱਗਦੇ ਹਾਂ ਅਤੇ ਉਸ ਵੇਲੇ ਕਹਿਣਾ ਮਾਲਕ ਤੂੰ ਕਰਾ ਰਿਹਾ ਤਾਂ ਕਰ ਰਹੇ। ਜਦੋਂ ਕਰਦੇ ਹੁੰਦੇ ਹਾਂ ਮਾਲਕ ਇਹ ਤੇਰੀ ਬਖਸ਼ਿਸ਼ ਨਾਲ ਹੋ ਰਿਹਾ। ਜਦੋਂ ਕੰਮ ਹੋ ਜਾਏ ਅਤੇ ਮਨ ਕਹਿ ਸਕੇ ਮਾਲਕ ਇਹ ਤੇਰਾ ਕੀਤਾ ਹੋਇਆ, ਤਾਂ ਸਮਝੋ ਕਿ ਸਾਡਾ ਜੀਵਨ ਦੇ ਵਿੱਚ ਇਹ ਤਿੰਨੋਂ ਅਵਸਥਾਵਾਂ ਯਾਨੀ ਰੱਬ ਕਰਾਉਂਦੇ ਨੇ ਅਤੇ ਰੱਬ ਕਰਾ ਰਹੇ ਨੇ ਅਤੇ ਰੱਬ ਦਾ ਕੀਤਾ ਹੋ ਰਿਹਾ। ਐਸਾ ਜੀਵਨ ਦੇ ਵਿੱਚ ਸਾਡਾ ਮਨ ਜਿਸ ਵੇਲੇ ਜਾਣਨ ਲੱਗਦਾ, ਭੁੱਲ ਕੇ ਨਹੀਂ ਕਹਿੰਦਾ ਮੈਂ ਕੁਛ ਕੀਤਾ, ਨਹੀਂ ਤਾਂ ਜੀਵਨ 'ਚ ਮੈਂ ਬੰਦੇ ਦੀ ਦ੍ਰਿੜ ਹੁੰਦੀ ਜਾਂਦੀ। ਸੋ ਇਸ ਗੱਲ ਨੂੰ ਮਹਾਰਾਜ ਬਹੁਤ ਪਰਪੱਕ ਤਰੀਕੇ ਨਾਲ ਸਾਨੂੰ ਇਸ ਹੁਕਮ ਰਾਹੀਂ ਸਮਝਾ ਰਹੇ ਨੇ। ਕਹਿੰਦੇ ਭਾਈ ਤੂੰ ਕਰਤਾਰ ਕਰੇ ਸੋ ਹੋਏ। ਐ ਮੇਰੇ ਮਾਲਕ ਜੀ, ਘੱਟ ਬੈਠੇ ਮਾਲਕ ਜੀ, ਤੁਸੀਂ ਆਪ ਕਰਦੇ ਹੋ, ਤੁਹਾਡਾ ਕੀਤਾ ਹੋਇਆ ਹੀ ਮੈਨੂੰ ਤਾਰਦਾ ਹੈ, ਤੁਹਾਡਾ ਕੀਤਾ ਹੋਇਆ ਹੀ ਮੈਨੂੰ ਇਸ ਮਾਤ ਲੋਕ ਦੇ ਉੱਤੇ ਆਇਆ ਸਫਲਾ ਕਰਾਉਂਦਾ ਹੈ। ਸੋ ਮੇਰੇ ਮਾਲਕ ਇਹ ਆਪ ਜੀ ਦਾ ਕੀਤਾ ਸਾਡੇ ਵਿੱਚੋਂ ਹੁੰਦਾ ਹੈ। ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਹੀ ਜ਼ੋਰ ਹੈ ਮੇਰੇ ਵਿੱਚ, ਅਤੇ ਤੇਰੀ ਹੀ ਜੀਵਨ ਦੀ ਅਵਸਥਾ ਮੇਰੇ ਮਨ ਦਾ ਟੇਕ ਹੈ, ਮੇਰੇ ਮਨ ਦਾ ਆਸਰਾ ਹੈ। ਮੇਰੇ ਮਨ ਵਿੱਚ ਤੂੰ ਹੀ ਆਪ ਵਸਦਾ ਹੈ। ਜੇ ਮੇਰਾ ਮਨ ਥੋੜ੍ਹਾ ਜਿਹਾ ਵੀ ਉੱਠਦਾ ਹੈ, ਕੋਈ ਕੰਮ ਕਰਦਾ ਹੈ, ਅਤੇ ਤੁਸੀਂ ਉਠਾਉਂਦੇ ਹੋ ਅਤੇ ਤੁਸੀਂ ਕਰਾਉਂਦੇ ਹੋ। ਆਏ ਮੇਰੇ ਮਨ ਨੂੰ ਫਿਰ ਹੁਕਮ ਰਾਹੀਂ ਗਿਆਨ ਹੁੰਦਾ ਹੈ, ਮੇਰੇ ਮਨ ਨੂੰ ਉਪਦੇਸ਼ ਹੁੰਦਾ ਹੈ। ਆਏ ਮੇਰਾ ਮਨ ਉਪਦੇਸ਼ਿਤ ਹੁੰਦਾ ਹੈ ਇਸ ਮਹਾਰਾਜ ਦੇ ਹੁਕਮ ਰਾਹੀਂ। ਸੋ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ ਹਮੇਸ਼ਾ ਹਮੇਸ਼ਾ। ਐ ਨਾਨਕ ਐਸੇ ਘੱਟ ਬੈਠੇ ਰੱਬ ਨੂੰ ਜਪਿਆ ਕਰ। ਸਿਹਾਰੀ ਲਾਇਆ ਨਾ, ਜਪ ਨੂੰ ਸਿਹਾਰੀ ਹੈ। ਜਪ ਦਾ ਅਰਥ ਹੈ ਕਿ ਘੱਟ ਬੈਠੇ ਰੱਬ ਨੂੰ ਜਪਣਾ। ਐ ਮੇਰੇ ਮਨ, ਇੱਥੇ ਨਾਨਕ ਸ਼ਬਦ ਨਾਲ ਸੰਬੋਧਨ ਕੀਤਾ ਹੈ। ਕਹਿੰਦੇ ਇਸੇ ਇੱਕ ਰੱਬ ਨੂੰ ਆਪਣੇ ਵਿੱਚ ਵੀ ਜਪਣਾ ਹੈ। ਹਰੇਕ ਵਿੱਚ ਜਦੋਂ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਜਦੋਂ ਕੋਈ ਵੀ ਬੰਦਾ ਕੰਮ ਕਰਦਾ ਹੋਵੇ, ਕਹਿਣਾ ਮਾਲਕ ਤੂੰ ਕਰਾ ਰਿਹਾ ਤਾਂ ਇਹ ਬੰਦੇ ਕੰਮ ਕਰ ਰਹੇ ਨੇ, ਤੂੰ ਕਰਾ ਰਿਹਾ ਤਾਂ ਬੰਦਿਆਂ ਤੋਂ ਹੋ ਰਿਹਾ ਹੈ। ਆਏ ਆਪਣੇ ਵਿੱਚ ਵੀ ਇਸ ਤਰ੍ਹਾਂ ਹੀ ਸੰਬੋਧਨ ਕਰਨਾ ਹੈ, ਐਸਾ ਹੀ ਐਡਰੈਸ ਕਰਨਾ ਹੈ। ਜਦੋਂ ਆਪਾਂ ਕੰਮ ਕਰਦੇ ਹੋਈਏ ਕਹਿਣਾ ਮਾਲਕ ਇਹ ਤੇਰੀ ਕਿਰਪਾ ਨਾਲ ਹੋ ਰਿਹਾ, ਤੂੰ ਕਰਾ ਰਿਹਾ। ਅਤੇ ਜਦੋਂ ਕੰਮ ਹੋ ਜਾਏ ਤਾਂ ਮਨ ਕਹਿ ਸਕੇ ਮਾਲਕ ਇਹ ਤੇਰਾ ਕੀਤਾ ਹੋਇਆ। ਇਹ ਜੀਵਨ ਦਾ ਲਕਸ਼ ਇਸ ਹੁਕਮ ਨੂੰ ਸੁਣਨ ਦਾ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਜੀ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਸਾਰਿਆਂ ਦੇ ਉੱਤੇ। ਕਹਿੰਦੇ ਕੌਣ ਹੈ ਦਾਤਾਰ? ਦਾਤਾਂ ਦਿੰਦਾ ਅਤੇ ਤਾਰਦਾ। ਕੌਣ ਹੈ ਉਹ? ਕਹਿੰਦੇ ਪਾਰ ਬ੍ਰਹਮ, ਜਿਹੜਾ ਬ੍ਰਹਮ ਆਪਣੇ ਵਿੱਚ ਵੀ ਹੈ, ਪਾਰ ਵੀ ਉਹੀ ਬ੍ਰਹਮ ਵਸਦਾ ਹੈ। ਧਿਆਨ ਰੱਖਣਾ, ਸਭ ਦੇ ਵਿੱਚ ਵੀ ਉਹੀ ਬ੍ਰਹਮ ਵਸਦਾ ਹੈ। ਸੋ ਜੀਵਨ ਆਪਣੇ ਨਾਲ ਹੀ ਨਹੀਂ ਚੱਲਦਾ, ਆਪਣੇ ਨਾਲ ਸੰਸਾਰ ਦੇ ਵਿੱਚੋਂ ਵੀ ਕਹਿੰਦੇ ਜੀਵਨ ਆਪਾਂ ਨੂੰ ਮਿਲਦਾ ਹੈ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਉਹਨੂੰ ਪਾਰ ਬ੍ਰਹਮ ਸ਼ਬਦ ਨਾਲ ਸੰਬੋਧਨ ਕਰ ਰਹੇ ਨੇ। ਕਹਿੰਦੇ ਪਾਰ ਬ੍ਰਹਮ ਦਾ ਅਰਥ ਹੈ ਜਿਹੜਾ ਰੱਬ ਪਾਰ ਵੀ ਸਭ ਦੇ ਵਿੱਚ ਵਸ ਰਿਹਾ। ਐਸਾ ਜੀਵਨ ਵਿੱਚ ਧਿਆਨ ਦੇ ਨਾਲ ਆਪਾਂ ਆਪਣੇ ਵਿੱਚ ਵੀ ਰੱਬ ਨੂੰ, ਉਸ ਇੱਕ ਰੱਬ ਨੂੰ ਧਿਆ ਸਕਦੇ ਹਾਂ। ਧਿਆਨ ਦੀ ਬਿਰਤੀ ਬਣਦੀ ਹੈ ਅਤੇ ਦੂਜੇ ਵਿੱਚ ਵੀ ਰੱਬ ਨੂੰ ਐਡਰੈਸ ਕਰਨ ਦੀ ਬਿਰਤੀ ਨਾਲ ਦੀ ਨਾਲ ਐਸਟੈਬਲਿਸ਼ ਹੁੰਦੀ ਹੈ, ਟਿਕਦੀ ਹੈ, ਬਣਦੀ ਰਹਿੰਦੀ ਹੈ। ਸੋ ਮਹਾਰਾਜ ਕਹਿੰਦੇ ਪਾਰ ਬ੍ਰਹਮ ਜਿਹੜੇ ਹੈ ਨੇ, ਕਹਿੰਦੇ ਉਹ ਦਾਤਾਰ ਨੇ। ਦਾਤਾਰ ਦਾ ਅਰਥ ਹੈ ਦਾਤਾਂ ਦਿੰਦੇ ਨੇ ਅਤੇ ਸਾਨੂੰ ਤਾਰ ਵੀ ਦਿੰਦੇ ਨੇ। ਧਿਆਨ ਰੱਖਣਾ, ਸਾਨੂੰ ਬੰਧਨ 'ਚ ਨਹੀਂ ਪਾਉਂਦੇ, ਸਾਨੂੰ ਰੱਬ ਆਪ ਦਾਤਾ ਸਭ ਦੇ ਵਿੱਚੋਂ ਦਿੰਦੇ ਨੇ
ਤੇ ਸਾਨੂੰ ਸੰਸਾਰ ਦੇ ਵਿੱਚੋਂ ਪਾਰ ਵੀ ਲੰਘਾ ਰਹੇ ਨੇ ਨਾਲ ਦੀ ਨਾਲ। ਉਹਨੂੰ ਕਹਿੰਦੇ ਦਾਤਾਰ, ਤਾਰ ਵੀ ਰਹੇ ਨੇ ਨਾਲ ਦੀ ਨਾਲ, ਹੈ ਨਾ, ਦਾਤ ਵੀ ਦੇ ਰਹੇ ਨੇ, ਤਾਰ ਵੀ ਰਹੇ ਨੇ। ਸੋ ਆਪਾਂ ਸ਼ਬਦ ਵਰਤ ਰਹੇ ਹਾਂ ਮਹਾਰਾਜ ਦੀ ਬਾਣੀ ਰਾਹੀਂ। ਕਹਿੰਦੇ ਸਭ ਉੱਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਰਹਾਓ। ਦੇਖੋ ਸ਼ਬਦ ਕਿਤਨਾ ਸੁੰਦਰ ਹੈ, ਟੇਕ ਤੇ ਆਧਾਰ ਤੇਰਾ ਹੈ ਮੇਰੇ ਮਾਲਕ। ਜਦੋਂ ਤੇਰਾ ਸ਼ਬਦ ਬੋਲਾਂਗੇ, ਇੱਕ ਤਾਂ ਸ਼ਬਦ ਆਪਣੇ ਮੁੜ ਕੇ ਵਾਪਸ ਅੰਦਰ ਜਾਂਦੇ ਨੇ, ਅਨਹਦ ਸ਼ਬਦ ਵੱਲ ਸੁਰਤ ਆਉਂਦੀ ਹੈ। ਜਿੱਥੋਂ ਨਾਦ ਆਪਣੇ ਅੰਦਰੋਂ ਆ ਰਹੀ ਹੈ, ਹੋਰ ਤੇ ਫਿਰ ਸੁਰਤ ਨਹੀਂ ਜਾਂਦੀ। ਜਿੱਥੋਂ ਰੱਬ ਬੁਲਾ ਰਹੇ ਨੇ ਉੱਥੇ ਬੋਲਣ ਦਾ ਅਭਿਆਸ ਹੁੰਦਾ ਹੈ। ਆਪਣਾ ਸ਼ਬਦ ਅੰਤਰਮੁਖੀ ਹੁੰਦਾ ਹੈ। ਆਪਣਾ ਸ਼ਬਦ ਘੱਟ ਬੈਠੇ ਰੱਬ ਨਾਲ ਜੁੜਨ ਦਾ ਅਭਿਆਸ ਰੋਜ਼ ਐਸਾ ਬਾਣੀ ਪੜ੍ਹਨ ਦੇ ਨਾਲ, ਕਹਿੰਦੇ ਘੱਟ ਬੈਠੇ ਰੱਬ ਨਾਲ ਸਾਡੀ ਬਾਣੀ ਸਾਡੀ ਸੁਰਤ ਨੂੰ ਅੰਦਰ ਲੈ ਕੇ ਜਾਂਦੀ ਹੈ, ਅੰਦਰ ਜੁੜਦੇ ਜੁੜਦੇ ਜੁੜ ਜਾਂਦੀ ਹੈ। ਸੋ ਘੱਟ ਬੈਠੇ ਰੱਬ ਦੀ ਪ੍ਰਸ਼ੰਸਾ ਹੁੰਦੀ ਹੈ। ਫਿਰ ਬੰਦਾ ਭੁੱਲ ਕੇ ਵੀ ਆਪਣੀ ਪ੍ਰਸ਼ੰਸਾ ਨਹੀਂ ਕਰਦਾ, ਧਿਆਨ ਰੱਖਣਾ। ਨਹੀਂ ਤਾਂ ਇਸ ਸੰਸਾਰ ਤੋਂ ਤਰਨ ਦਾ ਕੋਈ ਦੂਜਾ ਰਸਤਾ ਨਹੀਂ ਹੈ। ਬੰਦਾ ਡੁੱਬ ਜਾਂਦਾ ਹੈ, ਮੈਂ ਕਰਦੇ ਹੀ ਡੁੱਬ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਟੇਕ, ਰੱਬ ਦਾ ਆਸਰਾ ਹੈ, ਤੇਰਾ ਆਧਾਰ, ਤੇਰਾ ਹੀ ਮੈਨੂੰ ਪੁਖਤਾ ਆਧਾਰ ਹੈ, ਸਹਾਰਾ ਹੈ, ਧਿਆਨ ਰੱਖਣਾ। ਰਹਾਓ, ਇਹ ਸਾਰਾ ਕੌਨਸੈਪਟ ਰਹਾਓ ਦੇ ਪੰਕਤੀ ਦੇ ਇਰਦ ਗਿਰਦ ਸ਼ਬਦ ਦਾ ਘੁੰਮ ਰਿਹਾ। ਸੋ ਸ਼ਬਦ ਦਾ ਭਾਵ ਰਹਾਓ ਦੀ ਪੰਕਤੀ ਦੇ ਵਿੱਚ ਇਹਦਾ ਸਾਰ ਹੈ। ਸੋ ਇਹ ਸਾਰਾ ਸ਼ਬਦ ਦਾ ਭਾਵ ਇਸ ਨਾਲ ਹੀ ਆਪਾਂ ਨੂੰ ਅੱਗੇ ਸੰਬੋਧਨ ਕਰਦਾ ਹੋਇਆ ਨਜ਼ਰ ਆਏਗਾ। ਸੱਚੇ ਪਾਤਸ਼ਾਹ ਅੱਗੇ ਕਰਦੇ ਨੇ, ਕਹਿੰਦੇ ਹਨ, ਉਚਾਰਨ ਕਰ ਰਹੇ ਨੇ, ਹੈ ਤੂੰ ਹੋਵਨਹਾਰ। ਐ ਮੇਰੀ ਮਾਲਕ, ਘੱਟ ਬੈਠੇ ਮਾਲਕ ਜੀ, ਇਸ ਵੇਲੇ ਜੋ ਤੁਸੀਂ ਮੈਨੂੰ ਬੁਲਾ ਰਹੇ ਹੋ ਅਤੇ ਜਿਹਦੇ ਰਾਹੀਂ ਮੈਂ ਬੋਲ ਰਿਹਾ, ਆਏ ਹੀ ਸਭ ਨੂੰ ਤੁਸੀਂ ਬੁਲਾ ਰਹੇ ਹੋ। ਸਾਰੇ ਹੀ ਆਏ ਤੇਰੇ ਹੀ ਆਸਰੇ ਨਾਲ ਬੋਲਦੇ ਨੇ। ਸੋ ਉਹਨਾਂ ਨੂੰ ਹੈ ਐਸ ਪ੍ਰੈਜ਼ੈਂਸ ਵਿੱਚ ਤੁਸੀਂ ਹੀ ਹੋ। ਤੂੰ ਹੈ, ਤੂੰ ਹੀ ਰਹਿਣ ਵਾਲਾ ਹੈ, ਹਮੇਸ਼ਾ ਰਹਿਣਾ। ਮੇਰਾ ਤਾਂ ਮਿਟ ਜਾਣਾ ਮਨ, ਮੇਰਾ ਮਨ ਤਾਂ ਸਰੀਰ ਵਿੱਚ ਤਾਂ ਆਇਆ ਕਿ ਮੈਂ ਤੇਰੇ ਗੁਣ ਗਾ ਸਕਾਂ। ਮੈਂ ਸਰੀਰ ਵਿੱਚ ਤਾਂ ਆਉਣਾ ਕਿਉਂਕਿ ਮੈਂ ਅੱਜ ਤਾਈਂ ਤੇਰੇ ਗੁਣ ਨਹੀਂ ਗਾਏ, ਮੈਂ ਆਪਣੇ ਗੁਣ ਗਾਉਂਦਾ ਰਿਹਾ, ਤਾਂ ਮੈਨੂੰ ਸਰੀਰ ਮਿਲ ਰਿਹਾ, ਤਾਂ ਮੈਨੂੰ ਫਿਰ ਜਨਮ ਮਿਲ ਰਿਹਾ। ਇਹ ਜਨਮ ਜੀਵਨ 'ਚ ਤਾਂ ਸ਼ੁੱਧ ਹੋਏਗਾ ਮੇਰਾ ਜਦੋਂ ਮੈਂ ਤੂੰ ਕਰਨ ਲੱਗਾਂਗਾ, ਮੈਂ ਮੇਰੀ ਮਿਟਣ ਲੱਗੇਗੀ। ਸੋ ਮਹਾਰਾਜ ਇਸ ਪੰਕਤੀ ਦੇ ਵਿੱਚ ਸਾਨੂੰ ਹੁਕਮ ਦੇ ਰਹੇ ਨੇ ਕਿ ਹੈ ਤੂੰ ਹੋਵਨਹਾਰ, ਤੂੰ ਹੀ ਰਹਿਣ ਵਾਲਾ, ਤੂੰ ਹੀ ਅੰਤ ਤੱਕ ਰਹਿਣ ਵਾਲਾ ਮੇਰੇ ਨਾਲ। ਕਹਿੰਦੇ ਭਾਈ ਸ੍ਰਿਸ਼ਟੀ ਵਿੱਚ ਤੂੰ ਹੀ ਹੈ, ਮੈਂ ਤਾਂ ਮਿਟ ਜਾਣਾ ਹੈ। ਜਦੋਂ ਮੈਂ ਤੇਰੇ ਇਸ ਤਰ੍ਹਾਂ ਗੁਣ ਗਾਵਾਂਗਾ ਮੈਂ ਮਿਟਦਾ ਜਾਵਾਂਗਾ, ਨਹੀਂ ਤਾਂ ਮੈਂ ਮਿਟ ਨਹੀਂ ਪਾਵਾਂਗਾ, ਧਿਆਨ ਰੱਖਣਾ। ਸੋ ਮਹਾਰਾਜ ਦਾ ਬਹੁਤ ਅੱਛਾ ਕੌਨਸੈਪਟ ਹੈ, ਇਹਨੂੰ ਬਹੁਤ ਪਿਆਰ ਨਾਲ ਵਿਚਾਰੋ ਇਸ ਹੁਕਮ ਨੂੰ। ਸੋ ਸੱਚੇ ਪਾਤਸ਼ਾਹ ਅੱਗੇ ਸ਼ਬਦ ਵਰਤ ਰਹੇ ਨੇ, ਅਗਮ ਅਗਾਧ ਊਚ ਅਪਾਰ। ਰੱਬ ਅਗਮ ਹਨ, ਯਾਨੀ ਆਪਣੇ ਵਿੱਚ ਹੀ ਵਸਦੇ ਨੇ, ਆਪਾਂ ਨੂੰ ਲੱਭਦੇ ਨਹੀਂ ਹਨ। ਆਪਾਂ ਨੇ ਉਹਨਾਂ ਰੱਬ ਨੂੰ ਲੱਭਣਾ ਹੈ ਇਸ ਗੁਰਬਾਣੀ ਦੇ ਸਹਾਰੇ ਰਾਹੀਂ। ਗੁਰਬਾਣੀ ਘੱਟ ਬੈਠੇ ਰੱਬ ਦੀ ਹੈ। ਘੱਟ ਬੈਠੇ ਰੱਬ ਨੂੰ ਇਹਨਾਂ ਸ਼ਬਦਾਂ ਰਾਹੀਂ ਰੋਜ਼ ਸੁਣਦਿਆਂ ਇਹ ਅਗਮ ਸਾਡੇ ਅੰਦਰ, ਕਹਿੰਦੇ ਭਾਈ, ਬੋਧ ਵਿੱਚ ਆਉਂਦਾ ਹੈ, ਨਹੀਂ ਤਾਂ ਅਗਮ ਰਹਿੰਦਾ ਹੈ। ਅਗਮ ਦਾ ਅਰਥ ਹੈ ਆਪਣੇ ਵਿੱਚ ਹੀ ਛੁਪਿਆ ਹੈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਛੁਪੀ ਹੁੰਦੀ ਹੈ, ਕਹਿੰਦੇ ਭਾਈ ਆਏ ਸਾਡੇ ਵਿੱਚ ਰੱਬ ਦੀ ਸਾਰੀ ਤਾਕਤ ਸਾਡੇ ਅੰਦਰ ਛੁਪੀ ਹੋਈ ਹੈ। ਸਾਡੇ ਮਨ ਨੂੰ ਬਾਣੀ ਦੇ ਸ਼ਬਦ ਰਾਹੀਂ ਨਜ਼ਰ ਆਉਂਦੀ ਹੈ, ਬਾਣੀ ਦੇ ਸ਼ਬਦ ਰਾਹੀਂ ਸੋਝੀ ਆਉਂਦੀ ਹੈ। ਸੋ ਰੱਬ ਸਾਡੇ ਵਿੱਚ ਹਨ। ਉਹਦਾ ਬਾਹਰ ਜਾਣਾ, ਉਹਦਾ ਗੁੰਮਣਾ ਐਸਾ ਜੀਵਨ ਦੇ ਵਿੱਚ ਗਮ ਨਹੀਂ ਲੈ ਕੇ ਆਉਂਦਾ। ਉਹ ਗੁੰਮਦਾ ਹੀ ਨਹੀਂ ਹੈ, ਉਹ ਸਾਡੇ ਵਿੱਚ ਹੀ ਰਹਿੰਦਾ। ਉਹ ਅਗਮ ਹੈ, ਧਿਆਨ ਰੱਖਣਾ। ਅਗਾਧ ਯਾਨੀ ਬਹੁਤ ਗਹਿਰਾ, ਬਹੁਤ ਪ੍ਰਬਲ। ਸਾਡੇ ਅੰਦਰ ਜੋ ਅਗਮ ਹੈ ਉਹ ਅਗਾਧ ਹੈ। ਅਗਾਧ ਦਾ ਅਰਥ ਹੈ ਪ੍ਰਬਲ ਹੋ ਕੇ ਵਰਤ ਰਿਹਾ। ਉਹ ਨਿਰਗੁਣ ਹੀ ਸਰਗੁਣ ਸਰੂਪ ਹੈ। ਨਿਰਗੁਣ ਆਪ ਸਰਗੁਣ ਵੀ ਹੋਈ। ਆ ਜਿਹੜਾ ਸਾਰਾ ਸਰੀਰ ਹੈ ਇਹ ਰੱਬ ਨੇ ਹੀ, ਨਿਰਾਕਾਰ ਨੇ ਹੀ ਬਣਾਇਆ ਹੈ। ਇਹ ਅੰਜਨ ਜੋ ਹੈ ਇਹ ਨਿਰੰਜਨ ਨੇ ਹੀ ਬਣਾਇਆ ਹੈ। ਉਹਨਾਂ ਨੂੰ ਅਗਾਧ ਸ਼ਬਦ ਵਰਤ ਰਹੇ ਨੇ। ਕਹਿੰਦੇ ਅਗਮ ਅਗਾਧ ਊਚ ਅਪਾਰ। ਤੂੰ ਸਭ ਨਾਲੋਂ ਉੱਚਾ ਹੈ, ਤੇਰੇ ਨਾਲ ਹੋਰ ਕੋਈ ਉੱਚਾ ਨਹੀਂ ਹੈ। ਆਏ ਸਾਡੇ ਮਨ ਨੇ ਘੱਟ ਬੈਠੇ ਰੱਬ ਨੂੰ ਇਸ ਸ਼ਬਦਾਂ ਰਾਹੀਂ ਸੰਬੋਧਨ ਕਰਨਾ ਸਿੱਖਣਾ ਹੈ।
ਉਹ ਅਪਾਰ ਹੈ, ਬੇਅੰਤ ਹੈ ਨਾ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਹਿੰਦੇ ਜੋ ਤੁਧ ਸੇਵ ਹੈ ਤਿਨ ਭਉ ਦੁੱਖ ਨਾ ਹੈ। ਜੋ ਵੀ ਚਾਹੇ ਕਿਸੇ ਜਾਤੀ ਦਾ ਵੀ ਹੈ, ਚਾਹੇ ਉਹ ਰੱਬ ਨੂੰ ਮੰਨਦਾ ਚਾਹੇ ਨਹੀਂ ਮੰਨਦਾ, ਧਿਆਨ ਰੱਖਣਾ। ਕਹਿੰਦੇ ਕਿਸੇ ਵੀ ਦੇਸ਼ ਕਾਲ ਵਿੱਚ ਦੀ ਵਰਤ ਰਿਹਾ, ਉੱਥੇ ਸ਼ਬਦ ਵਰਤ ਰਿਹਾ ਮਹਾਰਾਜ ਵਰਤ ਰਹੇ ਨੇ ਜੋ ਵੀ ਤੁਧ ਤੈਨੂੰ, ਘੱਟ ਬੈਠੇ ਰੱਬ ਨੂੰ ਇਸ ਤਰ੍ਹਾਂ ਸੇਵਦੇ ਨੇ। ਕਹਿੰਦੇ ਭਾਈ ਸੇਵ ਦਾ ਅਰਥ ਹੈ, ਕਹਿੰਦੇ ਸੇਵਾ ਕਰਦਿਆਂ ਹੋਇਆਂ ਸਰੀਰ ਦੇ ਰਾਹੀਂ ਘੱਟ ਬੈਠੇ ਰੱਬ ਨੂੰ ਸੇਵਨਾ, ਉਹਨੂੰ ਸੇਵਨਾ ਸ਼ਬਦ ਵਰਤ ਰਿਹਾ। ਯਾਨੀ ਸੇਵਾ ਕਰਦਿਆਂ ਹੋਇਆਂ ਰੱਬ ਘੱਟ ਬੈਠੇ ਰੱਬ ਦੀ ਪ੍ਰਸ਼ੰਸਾ ਕਰਨੀ, ਆਪਣੇ ਆਪ ਦੀ ਨਹੀਂ ਕਰਨੀ, ਆਪਣੇ ਆਪ ਦੀ ਪ੍ਰਸ਼ੰਸਾ ਨਹੀਂ ਕਰਾਉਣੀ। ਸੋ ਮਹਾਰਾਜ ਉਹਨੂੰ ਸੇਵੇ ਸ਼ਬਦ ਬਹੁਤ ਸੁੰਦਰ ਵਰਤ ਰਹੇ ਨੇ। ਕਹਿੰਦੇ ਜੋ ਤੁਧ ਸੇਵ ਹੈ ਤਿਨ ਭਉ ਦੁੱਖ ਨਾ ਹੈ। ਉਹਨਾਂ ਨੂੰ ਫਿਰ ਕੋਈ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਹੋਏਗਾ, ਕਿਸੇ ਵੀ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਨਹੀਂ ਹੋਏਗਾ। ਡਰ ਤਾਂ ਹੁੰਦਾ ਜਦੋਂ ਘੱਟ ਬੈਠੇ ਰੱਬ ਨੂੰ ਸਾਡਾ ਮਨ ਦੂਰ ਸਮਝ ਕੇ ਗਾਉਂਦਾ ਹੈ। ਘੱਟ ਬੈਠੇ ਰੱਬ ਨੂੰ ਐਸਾ ਸਮਝਦਾ ਕਿ ਰੱਬ ਪਤਾ ਨਹੀਂ ਕਿੱਥੇ ਨੇ, ਰੱਬ ਪਤਾ ਨਹੀਂ ਕਦੋਂ ਮਿਲਣਗੇ, ਹੈ ਨਾ। ਕਹਿੰਦੇ ਰੱਬ ਤੁਹਾਡੇ ਨਾਲ ਮਿਲੇ, ਆ ਮੈਂ ਹੀ ਰੱਬ ਨਾਲ ਨਹੀਂ ਮਿਲ ਰਿਹਾ। ਪ੍ਰੋਬਲਮ ਰੱਬ ਦੀ ਨਹੀਂ ਹੈ, ਸਮੱਸਿਆ ਰੱਬ ਦੀ ਨਹੀਂ ਹੈ, ਸਮੱਸਿਆ ਮੇਰੀ ਹੈ। ਮੇਰਾ ਹੀ ਮਨ ਟਿਕ ਨਹੀਂ ਰਿਹਾ, ਮੇਰਾ ਹੀ ਮਨ ਸਮਝ ਨਹੀਂ ਰਿਹਾ ਰੱਬ ਜੀ ਨੂੰ। ਮੇਰਾ ਹੀ ਮਨ ਗੁਰੂ ਜੀ ਜਦੋਂ ਸ਼ਬਦ ਸਮਝਾ ਰਹੇ ਨੇ, ਮੇਰਾ ਮਨ ਵਿਸ਼ਵਾਸ ਨਹੀਂ ਲੈ ਕੇ ਆ ਰਿਹਾ, ਮੇਰਾ ਮਨ ਇਹਨਾਂ ਦੇ ਉੱਤੇ ਪ੍ਰਤੀਤੀ ਨਹੀਂ ਲਿਆ ਰਿਹਾ ਸ਼ਬਦਾਂ ਦੇ ਉੱਤੇ ਕਿ ਇਹ ਰੱਬ ਦੀ ਬਾਣੀ ਹੈ, ਮੈਨੂੰ ਰੱਬ ਨਾਲ ਜੋੜਦੀ ਹੈ, ਰੱਬ ਬਾਰੇ ਦੱਸ ਰਹੀ ਹੈ, ਤਾਂ ਕਿ ਮੇਰਾ ਮਨ ਬਾਹਰ ਨਾ ਭਟਕੇ, ਆਪਣੇ ਆਪ ਨੂੰ ਜਨਾਵੇ ਨਾ, ਮੈਂ ਕੀਤਾ ਬੋਲੇ ਨਾ, ਤੂੰ ਕਰਦਾ ਹੈ ਤੇਰਾ ਹੀ ਕੀਤਾ ਹੋ ਰਿਹਾ, ਐਸਾ ਬੋਲ ਸਕੇ। ਐਸੀ ਅਵਸਥਾ ਮਹਾਰਾਜ ਕਹਿੰਦੇ ਜਿਸ ਵੇਲੇ ਮਿਲੇ ਫਿਰ ਬੰਦਾ ਡਰਦਾ ਨਹੀਂ ਹੈ। ਕਹਿੰਦੇ ਤਾਂ ਡਰਦਾ ਹੈ ਬੰਦਾ, ਡਰ ਮਰਤੇ ਜਬ ਜਾਨੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਕਹਿੰਦੇ ਜੀਵਨ ਵਿੱਚ ਜਦੋਂ ਬੰਦਾ ਰੱਬ ਨੂੰ ਦੂਰ ਸਮਝਦਾ ਫਿਰ ਡਰਨ ਲੱਗ ਜਾਂਦਾ, ਭਾਵ ਵਿਆਪਨ ਲੱਗ ਜਾਂਦਾ। ਜਦੋਂ ਰੱਬ ਨੂੰ ਦੂਰ ਸਮਝਦਾ ਫਿਰ ਦੁੱਖ ਲੱਗਦੇ ਨੇ। ਕਹਿੰਦੇ ਜਦੋਂ ਰੱਬ ਨੂੰ ਆਪਣੇ ਨੇੜੇ ਜਾਣਦਾ ਉਹ ਫਿਰ ਆਨੰਦ ਆਉਂਦਾ। ਧਿਆਨ ਰੱਖਣਾ ਮਹਾਰਾਜ ਕਹਿੰਦੇ ਐਸੀ ਅਵਸਥਾ ਜੋ ਤੁਧ ਸੇਵ ਹੈ, ਹਰ ਕੰਮ ਕਰਦਿਆਂ ਹੋਇਆ ਰੱਬ ਨੂੰ ਯਾਦ ਰੱਖਣਾ, ਉਹਨੂੰ ਸੇਵਨੇ ਸ਼ਬਦ ਕਹਿੰਦੇ। ਸੇਵਾ ਕਰਦਿਆਂ ਹੋਇਆਂ ਆਪਾਂ ਹਰ ਇੱਕ ਦੂਜੇ ਦੀ ਸੇਵਾ ਕਰ ਰਹੇ ਹਾਂ, ਪਤੀ ਪਤਨੀ ਦੀ ਕਰ ਰਹੇ ਹਾਂ, ਪਤਨੀ ਪਤੀ ਦੀ ਕਰ ਰਹੇ, ਬੱਚੇ ਮਾਤਾ ਪਿਤਾ ਦੀ ਕਰ ਰਹੇ ਨੇ, ਮਾਤਾ ਪਿਤਾ ਬੱਚਿਆਂ ਦੀ ਕਰ ਰਹੇ ਨੇ, ਆਪਾਂ ਸਮਾਜ ਦੀ ਕਰ ਰਹੇ ਹਾਂ, ਸਮਾਜ ਆਪਣੀ ਕਰ ਰਿਹਾ, ਹਰ ਇੱਕ ਦੂਜੇ ਦੀ ਸੇਵਾ ਕਰ ਰਹੇ। ਕਹਿੰਦੇ ਸੇਵਾ ਕਰਦਿਆਂ ਹੋਇਆਂ ਜਦੋਂ ਆਪਾਂ ਨੇ ਕੋਈ ਵੀ ਚੀਜ਼ ਕਹਿਣੀ ਹੈ, ਉਚਾਰਨ ਕਰਨਾ ਹੈ, ਘੱਟ ਬੈਠੇ ਰੱਬ ਨੂੰ ਸੇਵਾ ਕਰਦਿਆਂ ਹੋਇਆਂ ਯਾਦ ਰੱਖਣਾ, ਆਪਣੇ ਆਪ ਨੂੰ ਨਹੀਂ ਯਾਦ ਰੱਖਣਾ, ਆਪਣੇ ਆਪ ਨੂੰ ਨਹੀਂ ਜਨਾਉਣਾ, ਉਹਨੂੰ ਸੇਵ ਹੈ ਸ਼ਬਦ ਵਰਤ ਰਿਹਾ ਨਾ ਮਹਾਰਾਜ। ਕਹਿੰਦੇ ਜੋ ਤੁਧ ਸੇਵ ਹੈ, ਜਿਵੇਂ ਘੱਟ ਬੈਠੇ ਰੱਬ ਨੂੰ ਜੋ ਵੀ ਸੇਵਦਾ ਆਪਣੇ ਵਿੱਚ ਵੀ ਦੂਜੇ ਵਿੱਚ ਵੀ। ਕਹਿੰਦੇ ਤਿੰਨ ਭਉ ਦੁੱਖ ਨਾ ਹੈ, ਉਹਨਾਂ ਨੂੰ ਫਿਰ ਡਰ ਅਤੇ ਦੁੱਖ ਨਹੀਂ ਵਿਆਪਦਾ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਕਹਿੰਦੇ ਗੁਰ ਪ੍ਰਸਾਦ, ਹੁਣ ਇੱਥੇ ਪੱਪੇ ਦੇ ਨਾਲ ਪੂਰਾ ਰਾ ਰਿਹਾ ਪ੍ਰਸਾਦ, ਉਹਦਾ ਅਰਥ ਹੈ ਜਿਸ ਵੇਲੇ ਗੁਰ ਜੋ ਗੁਰੂ ਸਾਨੂੰ ਦੇ ਰਹੇ ਨੇ, ਜੋਤ ਦੱਸ ਰਹੇ ਨੇ, ਕਹਿੰਦੇ ਉਹਦੀ ਕਿਰਪਾ ਦੇ ਪਾਤਰ ਸਦਾ ਮਨ ਬਣ ਜਾਏ, ਯਾਨੀ ਉਸ ਤਰ੍ਹਾਂ ਹੀ ਸ਼ਬਦਾਂ ਦੇ ਰਾਹੀਂ ਜੁੜਨ ਲੱਗ ਜਾਏ ਅਤੇ ਸਮਝੋ ਸਾਡੇ 'ਤੇ ਕਿਰਪਾ ਹੋ ਰਹੀ ਹੈ, ਕਿਰਪਾ ਦੇ ਪਾਤਰ ਬਣ ਰਿਹਾ ਸਾਡਾ ਮਨ। ਸੋ ਮਹਾਰਾਜ ਕਹਿੰਦੇ ਉਹ ਕਹਿੰਦੇ ਜੀਵਨ ਜਿਸ ਵੇਲੇ ਐਸਾ ਗੁਰ ਪ੍ਰਸਾਦ ਪ੍ਰਾਪਤ ਹੁੰਦਾ ਆਪਣੇ ਮਨ ਨੂੰ, ਕਹਿੰਦੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਕਹਿੰਦੇ ਨਾਨਕ ਫਿਰ ਰੱਬ ਦੇ ਗੁਣ ਗਾਉਂਦਾ ਹੈ, ਘੱਟ ਬੈਠੇ ਰੱਬ ਦੇ ਗੁਣ ਗਾਉਂਦਾ ਹੈ, ਸ਼ਬਦ ਵਿੱਚ ਘੱਟ ਬੈਠੇ ਰੱਬ ਦੇ ਗੁਣ ਗਾਉਣ ਦੀ ਉਸ ਨੂੰ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੋ ਉਹ ਕਦੇ ਭੁੱਲ ਕੇ ਰੱਬ ਦੇ ਗੁਣਾਂ ਨੂੰ ਆਪਣੇ ਗੁਣ ਕਹਿ ਕੇ ਨਹੀਂ ਬੋਲਦਾ। ਮਹਾਰਾਜ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀਂ ਕੋਇ, ਵਿਨ ਗੁਣ ਕੀਤੇ ਭਗਤ ਨਾ ਹੋਏ। ਉਦੋਂ ਤੇ ਭਗਤੀ ਨਹੀਂ ਹੋਈ ਜਾਣਦਾ, ਉਹ ਇਹ ਜਾਣਦਾ ਕਿ ਜੇ ਮੈਂ ਗੁਣ ਗਾ ਰਿਹਾ ਤੇ ਰੱਬ ਦੇ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਹੈ ਨਾ। ਘੱਟ ਬੈਠੇ ਰੱਬ ਦੇ ਗੁਣ ਗਾਉਣੇ, ਐਸੇ ਰੱਬ ਜੀ ਗੁਣਾਂ ਦੇ ਖਜ਼ਾਨੇ ਨੇ। ਕਹਿੰਦੇ ਨਾਨਕ ਗਾਵੀਏ ਗੁਣੀ ਨਿਧਾਨ, ਨਾਨਕ ਗੁਣੀ ਨਿਧਾਨ ਨੂੰ ਗਾਉਂਦਾ ਜੋ ਅੰਦਰ ਵਸਦਾ ਹੈ ਰੱਬ ਦੇ, ਨਾਨਕ ਪਾਤਸ਼ਾਹ ਦੇ ਅੰਦਰ ਵਸ ਰਿਹਾ। ਸੋ ਉਹ ਐਸੇ ਰੱਬ ਨੂੰ ਗਾਉਣਾ। ਸੋ ਜੀਵਨ ਵਿੱਚ ਕਹਿੰਦੇ ਨਾਨਕ ਗਾਵੀਏ ਗੁਣੀ ਨਿਧਾਨ। ਸੋ ਮਹਾਰਾਜ ਕਹਿੰਦੇ ਐਸੇ ਗੁਣਾਂ ਨੂੰ ਕਹਿੰਦੇ ਪ੍ਰਾਪਤ ਤਾਂ ਹੁੰਦਾ ਹੈ, ਤਾਂ ਗਾ ਸਕਦਾ ਹੈ ਜਦੋਂ ਜੋ ਗੁਰੂ ਸਾਨੂੰ ਗੁਰ ਦੇ ਰਹੇ ਨੇ, ਜੋਤ ਦੱਸ ਰਹੇ ਨੇ, ਉਹਦਾ ਪ੍ਰਸਾਦ ਪ੍ਰਾਪਤ ਕਰੇ, ਉਹਦੀ ਸੋਝੀ ਪ੍ਰਾਪਤ ਕਰੇ, ਉਹਦੇ ਕਿਰਪਾ ਦੇ ਪਾਤਰ ਬਣਦਾ ਰਹੇ। ਐਸਾ ਰੋਜ਼ ਸ਼ਬਦ ਨੂੰ ਸੁਣਦਾ ਘੱਟ ਬੈਠੇ ਰੱਬ ਨਾਲ ਜੁੜਿਆ ਜਾਂਦਾ ਹੈ,
ਘੱਟ ਬੈਠੇ ਰੱਬ ਨਾਲ ਬੰਦਾ ਮਨ ਨਾਲ ਟਿਕਦਾ ਹੈ। ਸੋ ਮਹਾਰਾਜ ਕਹਿੰਦੇ ਉਹਨੂੰ ਗੁਰਪ੍ਰਸਾਦ ਸ਼ਬਦ ਵਰਤਿਆ, ਗੁਰ ਜੋ ਗੁਰੂ ਦੇ ਰਹੇ ਨੇ। ਸੋ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਤੇ ਗੁਰੂ ਦਾ ਭੇਦ ਰੱਖਣਾ। ਸੋ ਗੁਰੂ ਤੋਂ ਅਸੀਂ ਗੁਰ ਲੈ ਰਹੇ, ਆਹ ਸੋਝੀ ਲੈ ਰਹੇ। ਬਾਣੀ ਦੀ ਵਿਚਾਰ ਜਿਉਂ ਕਰਾਂਗੇ ਨਾ ਤੇ ਸਾਡੇ ਅੰਦਰ ਸੋਝੀ ਆਏਗੀ। ਬਾਣੀ ਸਾਨੂੰ ਘੱਟ ਬੈਠੇ ਰੱਬ ਨਾਲ ਕਿਵੇਂ ਜੋੜਦੀ, ਕਿਵੇਂ ਘੱਟ ਬੈਠੇ ਰੱਬ ਦੀ ਬਾਣੀ ਬਾਬੇ ਨਾਨਕ 'ਚੋਂ ਆਈ, ਫਿਰ ਅੰਗਦ ਪਾਤਸ਼ਾਹ ਤੋਂ ਆਈ, ਅਮਰਦਾਸ ਜੀ ਤੋਂ ਆਈ, ਰਾਮਦਾਸ ਜੀ ਤੋਂ ਆਈ, ਆਏ ਪੰਚਮ ਪਾਤਸ਼ਾਹ ਜੀ ਦੇ ਵਿੱਚੋਂ ਆਈ, ਤੇਗ ਬਹਾਦਰ ਸਾਹਿਬ ਜੀ ਦੇ ਵਿੱਚੋਂ ਆਈ। ਫਿਰ ਇਸ ਤਰ੍ਹਾਂ ਹੀ ਜਿਨ੍ਹਾਂ ਵਿੱਚੋਂ ਇਸ ਤਰ੍ਹਾਂ ਅੰਦਰ ਦੀ ਬਾਣੀ ਆਈ, ਭਗਤਾਂ ਵਿੱਚੋਂ ਆਈ, 15 ਭਗਤ ਨੇ ਹੈ ਨਾ, ਫਿਰ ਸਿੱਖਾਂ ਵਿੱਚੋਂ ਆਈ, 4 ਸਿੱਖ ਨੇ, ਫਿਰ ਭੱਟਾਂ ਵਿੱਚੋਂ ਆਈ, ਕਿਵੇਂ ਉਸਤਤ ਕਰਨਾ, ਉਹ ਸਾਰੀ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ 'ਚ। ਸੋ ਬਹੁਤ ਅੱਛੇ ਤਰੀਕੇ ਨਾਲ ਇਸ ਬਾਣੀ ਨੂੰ ਸੁਣਿਆ ਕਰੋ। ਜਿਉਂ ਆਪਣਾ ਮਨ ਸੁਣਦਾ ਫਿਰ ਘੱਟ ਬੈਠੇ ਰੱਬ ਨੂੰ ਐਡਰੈਸ ਕਰਨ ਦੀ ਜਾਚ, ਪਿਆਰ, ਸੋਝੀ ਪ੍ਰਾਪਤ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਐਸੇ ਰੱਬ ਦੇ ਗੁਣ ਗਾਉਣ। ਫਿਰ ਕੀ ਹੁੰਦਾ, ਕਹਿੰਦੇ ਜੋ ਦੀਸੈ ਸੋ ਤੇਰਾ ਰੂਪ। ਫਿਰ ਜਦੋਂ ਵੀ ਬਾਹਰ ਸੰਸਾਰ ਵਿੱਚ ਵੀ ਦੇਖਦਾ ਹੈ, ਜੋ ਵੀ ਇਹਨੂੰ ਮਿਲਦਾ ਹੈ, ਫਿਰ ਲੱਗਦਾ ਕਿ ਇਹ ਸਭ ਰੱਬ ਦੇ ਰੂਪ ਨੇ, ਹੈ ਨਾ। ਐਸੀ ਅਵਸਥਾ ਬਾਣੀ ਦੀ ਸੋਝੀ ਤੋਂ ਹੀ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਗੁਣ ਨਿਧਾਨ ਗੋਵਿੰਦ ਅਨੂਪ। ਕਹਿੰਦੇ ਆਏ ਗੁਣਾਂ ਦਾ ਖਜ਼ਾਨਾ ਰੱਬ, ਕਹਿੰਦੇ ਗੋਬਿੰਦ ਸਰੂਪ ਜੋ ਸਭ ਦੇ ਵਿੱਚ ਵਰਤ ਰਿਹਾ ਹੈ। ਵਾਹ ਸ਼ਬਦ ਵਰਤੇ ਨਾ, ਗੋਬਿੰਦ, ਉਹਦਾ ਅਰਥ ਹੈ ਕਿ ਐਸਾ ਗਿਆਨ ਸੇਤੀ ਜੋ ਬਿੰਦ ਤੋਂ ਪਿੰਡ ਬਣੇ ਹੋਏ ਨੇ, ਸਾਰੇ ਸਰੀਰ ਬਣੇ ਹੋਏ ਨੇ, ਇਹਨਾਂ ਵਿੱਚ ਰੱਬ ਵਰਤ ਰਿਹਾ। ਰੱਬ ਹੀ ਗੋਬਿੰਦ ਸਰੂਪ ਸ਼ਬਦ ਵਰਤਿਆ। ਜਿੱਥੇ ਬੱਬਾ ਹੋਵੇ ਉਹਦਾ ਅਰਥ ਹੈ ਕਿ ਸਰੀਰ ਦੇ ਵਿੱਚ ਆਪਣੇ ਘੱਟ ਬੈਠੇ ਰੱਬ ਨੂੰ, ਇਹ ਸਿੰਗੂਲਰ ਸ਼ਬਦ ਹੈ। ਗੋਬਿੰਦ ਪਲੂਰਲ ਸ਼ਬਦ ਹੈ, ਗੋਬਿੰਦ ਸਿੰਗੂਲਰ ਸ਼ਬਦ ਹੈ। ਧਿਆਨ ਰੱਖ, ਇੱਕ ਵਚਨ ਹੈ ਗੋਬਿੰਦ ਬੱਬਾ। ਜਿੱਥੇ ਬੱਬਾ ਹੋਵੇ ਇੱਕ ਵਚਨ, ਜਿੱਥੇ ਵਾਵਾ ਹੋਵੇ ਉੱਥੇ ਬਹੁ ਵਚਨ। ਸੋ ਮਹਾਰਾਜ ਕਹਿੰਦੇ ਗੋਬਿੰਦ ਅਨੂਪ। ਜਿੱਥੇ ਜਿੱਥੇ ਫਿਰ ਮੈਨੂੰ ਰੱਬ ਦੁਨੀਆ ਵਿੱਚ ਬੰਦੇ ਦੀਂਦੇ ਨੇ, ਉਹ ਰੱਬ ਦੀਂਦੇ ਨੇ। ਜਿੰਨੇ ਬੰਦਿਆਂ ਵਿੱਚ ਗੁਣ ਨੇ, ਉਹ ਰੱਬ ਦੇ ਗੁਣ ਦੀਂਦੇ ਨੇ। ਐਸੀ ਅਵਸਥਾ ਨੂੰ ਮਹਾਰਾਜ ਸਮਝਾ ਰਹੇ ਨੇ ਸਾਡੇ ਮਨ ਨੂੰ। ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਐਸੇ ਰੱਬ ਨੂੰ ਜੀਵਨ ਦੇ ਵਿੱਚ ਯਾਦ ਰੱਖਣਾ, ਐਸੇ ਰੱਬ ਦੀ ਯਾਦ ਦੇ ਵਿੱਚ ਮਰਨਾ ਮਨ ਮਿਟਦਾ ਹੈ। ਉਹਨੂੰ ਕਹਿੰਦੇ ਨੇ ਸ਼੍ਰੇਸ਼ਟ ਯਾਦ ਰੱਖਣਾ ਅਤੇ ਤਾਂ ਮਨ ਮਿਟਦਾ ਹੈ। ਉਹਨੂੰ ਸਿਮਰ ਸ਼ਬਦ ਵਰਤਿਆ। ਧਿਆਨ ਰੱਖਣਾ, ਸ਼੍ਰੇਸ਼ਟ ਮਰਨਾ, ਨਹੀਂ ਤਾਂ ਬੰਦੇ ਨੂੰ ਮਰਨਾ ਹੀ ਨਹੀਂ ਹੈ। ਸਰੀਰ ਕਰਕੇ ਮਰ ਜਾਂਦਾ, ਮਨ ਕਰਕੇ ਨਹੀਂ ਮਰਦਾ। ਸੋ ਮਹਾਰਾਜ ਕਹਿੰਦੇ ਮਨ ਕਰਕੇ ਮਰਨਾ, ਸ਼੍ਰੇਸ਼ਟ ਮਰਨਾ ਹੈ। ਐਸੀ ਯਾਦ ਨਾਲ ਹੀ ਮਨ ਮਰਦਾ ਹੈ, ਰੱਬ ਦੇ ਵਿੱਚ ਮਿਟਦਾ ਹੈ, ਰੱਬ ਦਾ ਰੂਪ ਹੁੰਦਾ ਹੈ। ਉਹਨੂੰ ਸਿਮਰ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਸਿਮਰ 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 ਜਨ ਸੋਏ। ਕਹਿੰਦੇ ਐਸਾ ਰੱਬ ਨੂੰ ਸਿਮਰਨਾ ਤਿੰਨੋਂ ਸਰੂਪਾਂ ਵਿੱਚ, ਤਿੰਨੋਂ ਕਾਲਾਂ ਦੇ ਵਿੱਚ। ਧਿਆਨ ਰੱਖਣਾ, ਹਮੇਸ਼ਾ ਰੱਬ ਨੂੰ ਸਿਮਰਦੇ ਰਹਿਣਾ, ਯਾਨੀ ਸ਼੍ਰੇਸ਼ਟ ਮਰਦੇ ਰਹਿਣਾ, ਸ਼੍ਰੇਸ਼ਟ ਮਨ ਮਿਟਦੇ ਰਹਿਣਾ। ਇਹ ਰੱਬ ਦੀ ਯਾਦ ਹੈ। ਧਿਆਨ ਰੱਖਣਾ, ਰੱਬ ਦੀ ਯਾਦ ਜੇ ਮਨ ਨਾ ਮਿਟਿਆ ਤਾਂ ਰੱਬ ਦੀ ਯਾਦ ਨਹੀਂ ਆਉਂਦੀ। ਧਿਆਨ ਰੱਖਣਾ, ਮਨ ਦਾ ਮਿਟਣਾ ਰੱਬ ਦੀ ਯਾਦ ਹੈ। ਮਨ ਦਾ ਮਿਟਣਾ ਜੀਵਨ ਦਾ ਮਕਸਦ ਹੈ। ਧਿਆਨ ਰੱਖਣਾ, ਨਹੀਂ ਤਾਂ ਸਰੀਰ ਰੋਗੀ ਹੋ ਕੇ ਮਰਦਾ ਹੈ। ਸੋ ਮਨ ਵੀ ਮੈਲਾ ਹੋ ਜਾਂਦਾ ਹੈ, ਸਰੀਰ ਵੀ ਮੈਲਾ ਹੋ ਜਾਂਦਾ, ਸਰੀਰ ਵੀ ਰੋਗੀ ਹੋ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਤਿੰਨੋਂ ਕਾਲਾਂ ਵਿੱਚ, ਤਿੰਨੋਂ ਗੁਣਾਂ ਵਿੱਚ, ਸਤੋ ਰਜੋ ਤਮੋ, ਤਿੰਨੋਂ ਜਿੱਥੇ ਤਿੰਨ ਵਾਰ ਸ਼ਬਦ ਆਉਣ ਨਾ ਜੀ, ਉਹਦਾ ਅਰਥ ਹੈ ਤਿੰਨੋਂ ਗੁਣਾਂ, ਤਿੰਨੋਂ ਕਾਲਾਂ ਦੇ ਵਿੱਚ ਐਸੇ ਰੱਬ ਨੂੰ ਹਮੇਸ਼ਾ ਯਾਦ ਰੱਖਣਾ। ਘੱਟ ਬੈਠੇ ਰੱਬ ਨੂੰ ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਫਿਰ ਰੱਬ ਦਾ ਕਰਮ ਪ੍ਰਾਪਤ ਹੁੰਦਾ ਹੈ। ਉਹਦਾ ਅਰਥ ਹੈ ਕਿ ਜੋ ਵੀ ਬੰਦਾ ਕਰਮ ਕਰਦਾ ਹੈ, ਫਿਰ ਰੱਬ ਆਪ ਕਰਦਾ ਨਜ਼ਰ ਆਉਂਦਾ ਹੈ, ਰੱਬ ਦਾ ਕੀਤਾ ਨਜ਼ਰ ਆਉਂਦਾ ਹੈ। ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦੀ ਅਵਸਥਾ ਰੱਬ ਦੇ ਗੁਣ ਗਾਉਣੇ ਨੇ। ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਨਾ ਕਹਿ ਕੇ ਆਪਣਾ ਕੀਤਾ ਰੋਜ਼ ਕਹੀ ਜਾਣਾ, ਕਹਿੰਦੇ ਫਿਰ ਬੰਦਾ ਆਪਣੇ ਗੁਣ ਗਾਉਣ ਲੱਗ ਗਿਆ, ਰੱਬ ਦੇ ਨਹੀਂ ਗਾਉਣ ਲੱਗ ਗਿਆ। ਰੱਬ ਦੇ ਗੁਣਾਂ ਨੂੰ ਆਪਣੇ ਕਰਕੇ ਜਨਾਉਣ ਲੱਗ ਗਿਆ। ਉਹਦਾ ਅਰਥ ਹੈ ਕਿ ਮਨ ਪੁੱਠਾ ਚੱਲਣ ਲੱਗ ਗਿਆ। ਸੋ ਜੀਵਨ ਦੇ ਵਿੱਚ ਹਮੇਸ਼ਾ ਕਰਮ ਕਰਦਿਆਂ ਹੋਇਆ ਰੱਬ ਦਾ ਗੁਣ ਗਾਉਣਾ, ਫਿਰ ਰੱਬ ਦਾ ਕਰਮ ਹੁੰਦਾ ਪ੍ਰਤੀਤ ਹੁੰਦਾ ਹੈ। ਯਾਨੀ ਕਰਮ ਹੁੰਦਿਆਂ ਹੋਇਆ ਕਹਿਣਾ ਮਾਲਕ ਕਿ ਤੂੰ ਕਰਾ ਰਹੇ, ਤੇਰਾ ਕੀਤਾ ਹੋਇਆ। ਤੋ ਇਹ ਕਰਮ ਭੂਮੀ ਹੈ। ਇੱਥੇ ਹਰੇਕ ਬੰਦੇ ਨੇ ਜੀਵਨ ਵਿੱਚ ਬਾਚਿਆ ਜਾਣਾ ਹੈ ਕਰਮਾਂ ਅਨੁਸਾਰ। ਕਰਮੀ ਕਰਮੀ ਹੋਏ ਵਿਚਾਰ। ਧਿਆਨ ਰੱਖਣਾ, ਸੱਚਾ ਆਪ ਸੱਚਾ ਦਰਬਾਰ। ਸੋ ਇਹ ਮਹਾਰਾਜ ਦੀ ਸ੍ਰਿਸ਼ਟੀ ਦਾ ਨਿਯਮ ਹੈ। ਸੋ ਕਰਮ ਰੱਬ ਦਾ ਹੋਵੇ,
ਐਸਾ ਜੀਵਨ ਵਿੱਚ ਸੋਝੀ ਨਾਲ ਹੀ ਪ੍ਰਾਪਤ ਹੁੰਦਾ ਹੈ। ਰੱਬ ਦਾ ਕੀਤਾ ਹੋਇਆ ਪਤਾ ਲੱਗਦਾ ਹੈ। ਨਹੀਂ ਤਾਂ ਬੰਦਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਕੇ ਝੂਠ ਬੋਲਦਾ ਮੈਂ ਕਰਮ ਕਰਦਾ ਜੀ, ਮੇਰਾ ਕੀਤਾ ਹੋਇਆ ਕਰਕੇ ਜਲਾਉਂਦਾ ਦੁਖੀ ਹੁੰਦਾ ਹੈ, ਰੱਬ ਤੋਂ ਦੂਰ ਹੋ ਜਾਂਦਾ ਹੈ। ਫਿਰ ਡਰ ਵੀ ਰਹਿੰਦਾ ਹੈ ਅਤੇ ਦੁੱਖ ਵੀ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਹਨ ਨਾਨਕ ਕਰਮ ਪ੍ਰਾਪਤ ਹੋਏ। ਕਹਿੰਦੇ ਐਸੇ ਨਾਨਕ ਦੀ ਅਵਸਥਾ ਨੂੰ ਧਿਆਨ ਰੱਖਣਾ, ਐਸੇ ਨਾਨਕ ਵਰਗੀ ਅਵਸਥਾ ਨੂੰ, ਐਸੇ ਨਾਨਕ ਵਰਗੀ ਐਸੀ ਸੋਝੀ ਜੋ ਗੁਰੂ ਤੋਂ ਘੱਟ ਬੈਠੇ ਰੱਬ ਦੀ ਬਾਣੀ ਤੋਂ ਗੁਰ ਲੈ ਕੇ ਘੱਟ ਬੈਠੇ ਰੱਬ ਨਾਲ ਜੁੜਨ ਦੀ ਅਵਸਥਾ ਨੂੰ ਕਹਿੰਦੇ ਭਾਈ ਫਿਰ ਕਰਮ ਰੱਬ ਦਾ ਪ੍ਰਾਪਤ ਹੁੰਦਾ ਹੈ। ਉਹ ਕਦੇ ਭੁੱਲ ਕੇ ਨਹੀਂ ਕਹਿੰਦੇ ਮੈਂ ਕੁਛ ਕੀਤਾ ਹੈ। ਫਿਰ ਉਹ ਕਹਿ ਸਕਦੇ ਨੇ, ਕਹਿਣ ਜੋਕਰੇ ਹੁੰਦੇ ਨੇ ਕਿ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਸਾੜਾ ਜੀ। ਸੋ ਕਹਿੰਦੇ ਭਾਈ ਨਾਨਕ ਕਰਮ ਪ੍ਰਾਪਤ ਹੋਏ, ਐਸਾ ਸਿਮਰਦੇ ਹਾਂ। ਕਹਿੰਦੇ ਫਿਰ ਰੱਬ ਸਭ ਦੇ ਵਿੱਚ ਕਰਦਾ ਨਜ਼ਰ ਆਉਂਦਾ ਹੈ। ਤਾਂ ਉਹ ਸ਼ਬਦ ਪੜ੍ਹਿਆ ਸੀ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸਿਮਰ 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 ਪ੍ਰਭ ਸੋਏ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਕਹਿੰਦੇ ਆਏ ਹਰੇਕ ਜਨ ਆਏ ਸਿਮਰਦਿਆਂ ਤਿੰਨੋਂ ਗੁਣਾਂ ਦੇ ਵਿੱਚ ਆਪਣੇ ਮਨ ਨੂੰ ਮਿਟਾਉਣਾ ਅਤੇ ਰੱਬ ਦੇ ਵਿੱਚ ਸਮਾਈ ਜਾਂਦਾ। ਇਹ ਰੱਬ ਦੀ ਯਾਦ ਹੈ। ਐਸੀ ਯਾਦ ਸਿਮਰਨਾ ਜੀਵਨ ਦੇ ਵਿੱਚ ਗੁਰਸਿੱਖ ਨੂੰ ਗੁਰਬਾਣੀ ਦੀ ਸਮਝਣਾ ਹੀ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਫਿਰ ਕਰਮ ਰੱਬ ਦਾ ਹੁੰਦਾ ਹੈ, ਰੱਬ ਦਾ ਕਰਮ ਆਪਣੇ ਵਿੱਚੋਂ ਪ੍ਰਾਪਤ ਹੁੰਦਾ ਹੈ। ਫਿਰ ਪਤਾ ਲੱਗਦਾ ਕਿ ਬੰਦਾ ਨਹੀਂ ਕਰਦਾ, ਰੱਬ ਕਰ ਰਿਹਾ ਇਸ ਬੰਦੇ ਵਿੱਚੋਂ, ਹੈ ਨਾ। ਆਏ ਪਾਤਸ਼ਾਹ ਵਿੱਚੋਂ ਭਗਤਾਂ ਵਿੱਚੋਂ ਰੱਬ ਕਰਦਾ ਦੁਨੀਆ ਨੂੰ ਪ੍ਰਤੀਤ ਹੋਏ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ, ਜਿਨ੍ਹਾਂ ਨੇ ਐਸਾ ਜਪਿਆ, ਘੱਟ ਬੈਠੇ ਰੱਬ ਨੂੰ ਹੀ ਜਪਿਆ, ਘੱਟ ਬੈਠੇ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਪਿਆ। ਤੁਧ ਬਿਨ ਦੂਜਾ ਨਾਹੀਂ ਕੋਇ, ਤੂੰ ਕਰਤਾਰ ਕਰੇ ਸੋ ਹੋਏ। ਧਿਆਨ ਰੱਖਣਾ, ਇਤਨਾ ਗਹਿਰਾ ਸ਼ਬਦਾਂ ਦਾ ਭਾਵ ਹੈ। ਸੋ ਮਹਾਰਾਜ ਕਹਿੰਦੇ ਭਾਈ ਜੀਵਨ 'ਚ ਉਹਨੂੰ ਫਿਰ ਐਸਾ ਜਪ ਘੱਟ ਬੈਠੇ ਰੱਬ ਦਾ ਪ੍ਰਾਪਤ ਹੁੰਦਾ ਹੈ। ਕਹਿੰਦੇ ਜਿਹਨੇ ਵੀ ਐਸਾ ਜਪਿਆ, ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ, ਉਹ ਤੋਂ ਫਿਰ ਮੈਂ ਆਪਣਾ ਬਲ ਹਾਰ ਜਾਣਾ। ਬਲ ਹਾਰ ਦਾ ਅਰਥ ਹੈ ਕਿ ਆਪਣਾ ਬਲ ਰੱਤੀ ਮਾਤਰ ਵੀ ਨਹੀਂ ਰਹਿੰਦਾ। ਫਿਰ ਪਤਾ ਲੱਗਦਾ ਮੈਂ ਕਿਉਂ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਕੀਤਾ ਬੋਲਣ ਦੀ, ਮੈਂ ਕਰਦਾ ਕਰਕੇ ਜਨਾਉਣ ਦੀ। ਕਹਿੰਦੇ ਉਹ ਫਿਰ ਬਲ ਜਿਹੜਾ ਆਪਣੇ ਆਪ ਨੂੰ ਜਨਾਉਂਦਾ ਫਿਰ ਹਾਰ ਜਾਂਦਾ, ਖਤਮ ਹੋ ਜਾਂਦਾ। ਫਿਰ ਭੁੱਲ ਕੇ ਨਹੀਂ ਕਹਿੰਦਾ ਮੈਂ ਕੀਤਾ, ਕਹਿੰਦਾ ਜੀ ਕੀਤਾ ਹੀ ਤੇਰਾ ਹੋਇਆ, ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਸਾੜਾ ਜੀ। ਉਹਨੂੰ ਕਹਿੰਦੇ ਬਲਿਹਾਰ ਜਾਣਾ। ਕਹਿੰਦੇ ਐਸਾ ਜਿਹਨੇ ਵੀ ਜਪਿਆ, ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਣਾ। ਕਹਿੰਦੇ ਜੀਵਨ ਵਿੱਚ ਰੱਤੀ ਮਾਤਰ ਵੀ ਫਿਰ ਮੈਂ ਆਪਣੇ ਆਪ ਨੂੰ ਜਨਾ ਨਹੀਂ ਸਕਦਾ। ਫਿਰ ਇਹ ਵੀ ਬੋਲਣਾ ਪਤਾ ਲੱਗਦਾ ਕਿ ਤੂੰ ਹੀ ਜਨਾ ਰਿਹਾ, ਤੂੰ ਹੀ ਬੁਲਾ ਰਿਹਾ, ਜਿਹਦੇ ਵਿੱਚ ਰੱਬ ਹੀ ਰੱਬ ਫਿਰ ਸਭ ਵਿੱਚ ਨਜ਼ਰ ਆਉਂਦਾ ਹੈ। ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕਾ ਸੰਗ ਤਰੈ ਸੰਸਾਰ, ਐਸਿਆਂ ਦੇ ਸੰਗ ਰਹਿਣ ਨਾਲ ਕਹਿੰਦੇ ਸੰਸਾਰ ਤਰਿਆ ਜਾਂਦਾ ਹੈ। ਇਹ ਭਵ ਸਾਗਰ ਸੰਸਾਰ ਜਿਹਦੇ ਵਿੱਚ ਪੈਂਦਾ, ਦੁਬਦਾ ਪੈਂਦੀ ਹੈ, ਉਹ ਤਰਿਆ ਜਾਂਦਾ, ਨਹੀਂ ਤਾਂ ਨਹੀਂ ਤਰਿਆ ਜਾਂਦਾ। ਧਿਆਨ ਰੱਖਣਾ। ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ। ਕਹਿੰਦੇ ਆਏ ਨਾਨਕ ਪਾਤਸ਼ਾਹ ਕਹਿੰਦੇ ਕਹਿ ਰਹੇ ਨੇ, ਕਹੋ ਪੰਚਮ ਨਾਨਕ ਕਹਿ ਰਹੇ ਨੇ, ਕਹੋ ਬੋਲੋ, ਇਸ ਤਰ੍ਹਾਂ ਬੋਲੋ। ਕਹਿੰਦੇ ਪ੍ਰਭ ਲੋਚਾ ਪੂਰ, ਕਹਿੰਦੇ ਪ੍ਰਭ ਪਰਮੇਸ਼ਰ ਜੋ ਸਰੀਰ ਵਿੱਚ ਵਸਦਾ ਹੈ ਨਾ, ਉਹਨੂੰ ਪ੍ਰਭ ਸ਼ਬਦ ਵਰਤਿਆ। ਜਿਹੜਾ ਸਰੀਰ ਆਪਣੇ ਵਿੱਚ ਵਰਤ ਰਿਹਾ ਉਹਨੂੰ ਪ੍ਰਭ ਸ਼ਬਦ ਵਰਤਾਂਗੇ। ਇਸ ਤਰ੍ਹਾਂ ਜਿਹੜਾ ਸਭ ਦੇ ਵਿੱਚ ਵਰਤ ਰਿਹਾ ਸ਼ਬਦ ਆਏਗਾ, ਉੱਥੇ ਫਿਰ ਹਰ ਸ਼ਬਦ ਆਏਗਾ, ਹੈ ਨਾ। ਐਸਾ ਰੱਬ ਜਿਹੜਾ ਆਪਣੇ ਵਿੱਚ ਵਰਤ ਰਿਹਾ ਉਹ ਫਿਰ ਹਰੇਕ ਵਿੱਚ ਦਿਖੇਗਾ। ਕਹਿੰਦੇ ਐਸਾ ਜਿਹੜਾ ਹਰੇਕ ਵਿੱਚ ਵਸਦਾ ਹੈ ਰੱਬ, ਫਿਰ ਉਹਨੂੰ ਜੀਵਨ ਜੇ ਪ੍ਰਾਪਤ ਕਰਨਾ ਹੈ ਆਪਣੇ ਵਿੱਚ ਵਸਦੇ ਹੋਏ ਰੱਬ ਨਾਲ ਜੁੜਾਂਗੇ। ਆਏ ਰੱਬ ਨੂੰ ਘੱਟ ਬੈਠੇ ਰੱਬ ਨੂੰ ਬਾਣੀ ਦੇ ਰਾਹੀਂ ਅੰਦਰ ਐਡਰੈਸ ਕਰਾਂਗੇ, ਅੰਦਰ ਉਸਤਤ ਕਰਨ ਲੱਗਾਂਗੇ। ਉਹਨੂੰ ਕਹਿੰਦੇ ਹੁਣ ਸਰੀਰ ਦੇ ਵਿੱਚ ਘੱਟ ਬੈਠੇ ਰੱਬ ਨੂੰ, ਇਸ ਭੌਤਿਕ ਤੱਤ ਵਿੱਚ ਸਰੀਰ ਦੇ ਵਿੱਚ ਕਹਿੰਦੇ ਰੱਬ ਨੂੰ ਪਰਮੇਸ਼ਰ ਨੂੰ ਧਿਆਉਣ ਲੱਗ ਗਿਆ। ਉੱਥੇ ਪ੍ਰਭ ਸ਼ਬਦ ਆਏਗਾ। ਧਿਆਨ ਰੱਖਣਾ। ਕਹਿੰਦੇ ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਛੋ ਧੂਰ। ਕਹਿੰਦੇ ਐਸੇ ਸੰਤ ਜਨਾਂ ਦੀ ਜਿਹੜੇ ਸ਼ਬਦਾਂ ਰਾਹੀਂ ਘੱਟ ਬੈਠੇ ਰੱਬ ਦੇ ਸ਼ਬਦਾਂ ਰਾਹੀਂ, ਪਿਆਰ ਵਾਲੇ ਸ਼ਬਦਾਂ ਰਾਹੀਂ ਕਹਿੰਦੇ ਪਿਆਰ ਕਰਦੇ ਨੇ, ਉਹਨਾਂ ਨੂੰ ਸੰਤ ਕਹਿੰਦੇ। ਕਹਿੰਦੇ ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ। ਕਹਿੰਦੇ ਜਿਹੜਾ ਸੰਤ ਹੁੰਦਾ ਨਾ ਐਸੇ ਸ਼ਬਦਾਂ ਨਾਲ ਪਿਆਰ ਕਰਦਾ।
ਜਿਹੜਾ ਸੰਤ ਹੁੰਦਾ ਨਾ ਐਸੇ ਸ਼ਬਦਾਂ ਨਾਲ ਜੁੜਦਾ ਹੈ। ਜਿਹੜਾ ਸੰਤ ਹੁੰਦਾ ਨਾ ਫਿਰ ਦੁਨੀਆ ਦੇ ਸ਼ਬਦਾਂ ਦੇ ਨਾਲ ਨਹੀਂ ਜੁੜਦਾ, ਐਸੇ ਬਾਣੀ ਦੇ ਸ਼ਬਦਾਂ ਨਾਲ ਜੁੜਦਾ ਹੈ। ਉਹਦੀ ਸੋਝੀ ਨੂੰ ਪ੍ਰਾਪਤ ਕਰਦਾ ਹੈ। ਕਹਿੰਦੇ ਭਾਈ ਉਹਨੂੰ ਧੂਰੀ, ਸੋਝੀ ਨੂੰ ਅਸੀਂ ਧੂਰੀ ਕਹਿ ਰਹੇ ਹਾਂ, ਸ਼ਬਦਾਂ ਨੂੰ ਅਸੀਂ ਚਰਨ ਕਹਿੰਦੇ ਹਾਂ, ਸੋਝੀ ਨੂੰ ਅਸੀਂ ਧੂਰੀ ਕਹਿ ਰਹੇ। ਕਹਿੰਦੇ ਐਸੇ ਧੂਰੀ ਨੂੰ ਲੋਚਣਾ, ਵਾਂਛਣਾ, ਕਹਿੰਦੇ ਪ੍ਰਾਪਤ ਕਰਨਾ, ਕਹਿੰਦੇ ਭਾਈ ਇੱਛਣਾ, ਕਹਿੰਦੇ ਸੰਤ ਜਨਾਂ ਕੀ ਬਾਛੋ ਧੂਰ, ਕਹਿੰਦੇ ਐਸੇ ਸੰਤ ਜਨਾਂ ਦੀ ਮੈਂ ਧੂਰੀ ਲੋਚਦਾ ਹਾਂ ਜਿਹੜੇ ਐਸੇ ਸ਼ਬਦਾਂ ਦੇ ਨਾਲ ਘੱਟ ਬੈਠੇ ਰੱਬ ਨੂੰ ਯਾਦ ਕਰਦੇ ਨੇ, ਰੱਬ ਦਾ ਕਰਮ ਕਰਕੇ ਜਨਾਉਂਦੇ ਨੇ, ਰੱਬ ਦੇ ਕਰਮ ਨੂੰ ਆਪਣਾ ਕਰਮ ਕਰਕੇ ਮੈਂ ਕੀਤਾ ਕਰਕੇ ਨਹੀਂ ਜਨਾਉਂਦੇ। ਉਹ ਪਹਿਲੇ ਹੀ ਕਰਤਾ ਆਪਣੇ ਆਪ ਨੂੰ ਕਹਿਣਾ ਛੱਡ ਜਾਂਦੇ ਨੇ, ਕਰਤਾ ਘੱਟ ਬੈਠੇ ਰੱਬ ਨੂੰ ਬੋਲਣ ਲੱਗ ਜਾਂਦੇ ਨੇ। ਉਹ ਤਾਂ ਸੰਸਾਰ ਤੋਂ ਤਰਦੇ ਨੇ, ਉਹਨੂੰ ਕਰਤਾਰ ਮਿਲ ਗਿਆ ਕਹਿੰਦੇ ਨੇ, ਉਹਨੂੰ ਦਾਤਾਰ ਮਿਲ ਜਾਂਦਾ ਹੈ। ਉਹ ਕਿਸੇ ਨੂੰ ਵੀ ਦਾਤ ਦੇ ਕੇ ਭੁੱਲ ਕੇ ਨਹੀਂ ਕਹਿੰਦੇ ਮੈਂ ਦਿੱਤੀ ਹੈ, ਕਹਿੰਦੇ ਦਾਤੇ ਨਹੀਂ ਦਿੱਤੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਾ ਤੋਟ ਨਾ ਆਵੇ ਗੰਤ ਭਰੇ ਭੰਡਾਰ। ਐਸੀ ਅਵਸਥਾ ਗੁਰਸਿੱਖ ਨੂੰ ਇਸ ਸ਼ਬਦ ਰਾਹੀਂ ਪ੍ਰਾਪਤ ਹੁੰਦੀ ਹੈ। ਆਓ ਇੱਕ ਵਾਰ ਇਸ ਸ਼ਬਦ ਨੂੰ ਫਿਰ ਆਪਾਂ ਪੜ੍ਹਾਂਗੇ। ਉਹ ਜਿਹੜੇ ਸ਼ਬਦਾਂ ਦੇ ਅਰਥ ਆਪਾਂ ਵਿਚਾਰ ਰਹੇ ਨੇ, ਇਹਨਾਂ ਨੂੰ ਸ਼ਬਦਾਂ ਦੇ ਨਾਲ ਵਿਚਾਰਦੇ ਪੜ੍ਹਦੇ ਰਹਿਣਾ। ਐਸੀ ਜੀਵਨ ਦੀ ਅਵਸਥਾ ਬਾਣੀ ਪੜ੍ਹਨ ਦਾ ਕਹਿੰਦੇ ਯੋਗ ਸਿੱਖ ਨੂੰ ਬਖਸ਼ਿਸ਼ ਕੀਤਾ ਮਹਾਰਾਜ ਨੇ। ਤਰੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਇ, ਨਾਨਕ ਕਰਮ ਪ੍ਰਾਪਤ ਹੋਇ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਛੋ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਾ ਸ਼ਬਦ ਨੂੰ ਬਾਰ ਬਾਰ ਸੁਣੋ, ਫਿਰ ਵਿਚਾਰ ਸੁਣੋ, ਫਿਰ ਸ਼ਬਦ ਨੂੰ ਸੁਣੋ, ਫਿਰ ਮਨ ਸ਼ਬਦ ਪੜ੍ਹਦਾ ਨਜ਼ਰ ਆਉਂਦਾ ਹੈ। ਤਾਂ ਜਾਣੋ ਕਿ ਮਨ ਨੇ ਅੱਜ ਬਾਣੀ ਪੜ੍ਹੀ ਹੈ। ਜੇ ਸ਼ਬਦ ਦੇ ਵਿਚਾਰ ਪੜ੍ਹਦਿਆਂ ਹੋਇਆਂ ਮਨ 'ਚ ਵਸਦੀ ਹੋਏ, ਮਨ ਨੂੰ ਸਮਝ ਆਉਂਦੀ ਹੋਏ। ਤਾਂ ਵਿਚਾਰ ਹਾਲੇ ਆਪਾਂ ਨੇ ਕੀਤੀ ਹੈ ਨਾ, ਮਹਾਰਾਜ ਨੇ ਕਰਾਈ ਹੈ। ਅਤੇ ਕਹਿੰਦੇ ਜਿਉਂ-ਜਿਉਂ ਸ਼ਬਦ ਪੜ੍ਹਾਂਗੇ ਹੋਰ ਵਿਚਾਰੀ ਗਹਿਰੀ ਹੋਏਗੀ, ਬਿਖਮ ਹੁੰਦੀ ਜਾਏਗੀ, ਗਹਿਰੀ ਹੁੰਦੀ ਜਾਏਗੀ। ਹੋਰ ਐਸੇ ਕਈ ਸ਼ਬਦ ਤੁਹਾਨੂੰ ਅੰਦਰੋਂ ਹੋਰ ਭਾਵ ਦੇ ਘੱਟ ਬੈਠੇ ਰੱਬ ਦੇ ਪ੍ਰਤੀ ਕਹਿੰਦੇ ਮਹਾਰਾਜ ਦੇ ਇਹਨਾਂ ਸ਼ਬਦਾਂ ਦੇ ਅਰਥ ਦਿੰਦੇ ਹੋਣਗੇ। ਸੋ ਬਹੁਤ ਪਿਆਰ ਨਾਲ ਸ਼ਬਦ ਨੂੰ ਰੋਜ਼ ਪੜ੍ਹਨਾ, ਰੋਜ਼ ਇਸ ਰੱਬ ਨੂੰ ਦੇ ਹੁਕਮ ਨੂੰ ਸੁਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।